पंजाब दे विच वोटां दा मौसम फिर आउण वाला है। एक होर जिमनी चोण होनी तय है क्योंकि कांग्रेस के कैंपी चौधरी संतोख सिंह दी अज राहुल गांधी दे नाल भारत जोड़ो यात्रा दे विच तुरदे तुरदे मौत हो गई है। जीरा दे विच भी अज एक मौत हुई है जिहड़ी कि प्रदूषण दे कारण हुई है, पर मीडिया दे विच चौधरी संतोख सिंह दी मौत तां जरूर दिखाई गई पर जीरा वाली ये मौत नहीं दिखाई जा रही। हालांकि सानू दोनों मौतां दा ही अफसोस है। बलजीत सिंह दादूवाल मोहाली मोर्चे विच हमायत लई पहुंचे तां कुछ सिख नौजवानां ने दादूवाल दा यह कहंदे हुए विरोध किया कि दादूवाल हरियाणा कमेटी नूं दुफाड़ करन दे दोषी ने, सरकार दे थल्ले लाउण दे दोषी ने। बर्फीले तूफान तो बाद किहड़े 12 ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਕਿਹੜੇ ਸ਼ਹਿਰ ਦੇ ਵਿੱਚ ਪੰਜਾਬ ਦੇ ਕਿਹੜੇ ਸ਼ਹਿਰ ਦੇ ਵਿੱਚ ਛੁੱਟੀਆਂ 21 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਨੇ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਖਾਸ ਖਬਰਾਂ ਤੋਂ। ਪੰਜਾਬ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਚੌਧਰੀ ਸੰਤੋਖ ਸਿੰਘ ਦੀ ਅਚਾਨਕ ਹੋਈ ਮੌਤ ਦੀ जानकारी देंगे, पर उस तो पहला एक होर वड्डी खबर तुहानूं दस दिंदे हां कि पंजाब पुलिस दे वल्लों शहीद ऐलाने गए कांस्टेबल कुलदीप सिंह बाजवा दे कतल दे विच शामिल गैंगस्टर युवराज सिंह उर्फ जोरा नूं पुलिस ने काबू कर लिया, जिहड़ा जिरकपुर दे विच अपनी पछाण बदल के लुकिया होया सी। डीआईजी गुरप्रीत भुल्लर ने जानकारी दित्ती कि पंजाब हरियाणा सरहद दे नेड़े जिरकपुर दे विच पुलिस ते गैंगस्टरां दे विचाले मुठभेड़ हुई। इस दौरान गैंगस्टर दे गोली भी लगी, हस्पताल च दाखल करवाया गया। पंजाब हरियाणा बॉर्डर ते यह मुठभेड़ हुई है। गैंगस्टर पीर मुछला इलाके दे विच लुकिया होया सी। दोवें पासियों फायरिंग हुई। एक होटल दे विच यह लुकिया दस्सिया जा रहा सी। एजीटीएफ नूं इन्हां गैंगस्टरां दी सूह मिली सी ते गैंगस्टर जोरा दे कोलों पिस्तौल भी बरामद होए। जोरे ने पहला पुलिस ते 3 गोलियां दागियां, जिस तो बाद पुलिस ने जवाबी फायरिंग की ते इस नूं काबू कर लिया। पुलिस से पहला एक फायर किया, फिर 2 दूजे किए और लकी जी साडे आईपी साहब के बुलेट प्रूफ की जैकेट पाई हुई सी मिस्टर संदीप गोयल के, इन्हों के भी बुलेट प्रूफ जैकेट की इंडेंट होई बुलेट जवाबी फायर के एडीटीएफ टीम ने वो भी बंदा इंजर्ड होया और जिन्होंने शिफ्ट कर दिया गया हॉस्पिटल। सर्च के टीम ने 2 पिस्टल 32 बोर के और 3 चलिया हुई गोलियां और 2 लाइव काटे। बाकी सारी सर्च चल रही है कमरे की, सामान वगैरह की और लंघी 8 जनवरी ਨੂੰ ਫਗਵਾੜਾ ਦੇ ਵਿੱਚ ਕ੍ਰੇਟਾ ਗੱਡੀ ਲੁੱਟ ਕੇ ਫਰਾਰ ਹੋ ਰਹੇ ਗੈਂਗਸਟਰਾਂ ਨੂੰ ਫੜਨ ਦੇ ਲਈ ਜਿਹੜੀ ਪੁਲਿਸ ਟੀਮ ਪਹੁੰਚੀ ਸੀ ਉਸ ਦੇ ਵਿੱਚ ਕਾਂਸਟੇਬਲ ਕੁਲਦੀਪ ਬਾਜਵਾ ਵੀ ਸ਼ਾਮਲ ਸੀ। ਗੁਰਦਾਸਪੁਰ ਦੇ ਰਹਿਣ ਵਾਲੇ ਇਸ ਕਾਂਸਟੇਬਲ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕਾਂਸਟੇਬਲ ਦੇ ਲਈ 1 ਕਰੋੜ ਰੁਪਏ ਦੀ ਨਕਦ ਰਾਸ਼ੀ ਦਾ ਐਲਾਨ ਕੀਤਾ ਸੀ ਤੇ ਪੁਲਿਸ ਨੇ ਮਹਿਜ਼ 3-4 ਦਿਨਾਂ ਬਾਅਦ ਹੀ ਜਿਹੜਾ ਦੋਸ਼ੀ ਹੈ ਉਸ ਨੂੰ ਫੜ ਲਿਆ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੁਲਿਸ ਹੈ ਜਿਹੜੀ ਉਹ ਜੇ ਕਿਸੇ ਕੇਸ ਨੂੰ ਸੋਲਵ ਕਰਨ ਦੇ ਲਈ ਆ ਜਾਵੇ ਤਾਂ ਉਹ ਪਤਾਲ ਦੇ ਵਿੱਚ ਦੱਬੇ ਦੋਸ਼ੀ ਨੂੰ ਵੀ ਫੜ ਲਿਆਉਂਦੀ ਹੈ, ਪਰ ਜੇ ਪੁਲਿਸ ਦੀ ਮਨਸ਼ਾ ਸਹੀ ਹੋਵੇ। ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚੀ ਹੋਈ ਹੈ ਤੇ ਭਾਰਤ ਜੋੜੋ ਯਾਤਰਾ ਦੌਰਾਨ ਜਲੰਧਰ ਤੋਂ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਸ਼ਨੀਚਰਵਾਰ ਨੂੰ ਦੇਹਾਂਤ ਹੋ ਗਿਆ। ਚੌਧਰੀ ਸੰਤੋਖ ਸਿੰਘ ਦੀ ਉਮਰ 76 ਸਾਲਾਂ ਦੀ ਸੀ। ਪਿੰਡ ਭੱਟੀਆਂ ਨੇੜੇ ਜਦੋਂ ਉਹਨਾਂ ਨੂੰ ਦੌਰਾ ਪਿਆ ਤਾਂ ਤੁਰੰਤ ਐਂਬੂਲੈਂਸ ਦੀ ਮਦਦ ਦੇ ਨਾਲ ਉਹਨਾਂ ਨੂੰ ਫਗਵਾੜਾ ਦੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਯਾਤਰਾ ਸ਼ਨੀਚਰਵਾਰ ਸਵੇਰੇ ਲਾਡੋਵਾਲ ਟੋਲ ਪਲਾਜ਼ੇ ਤੋਂ ਜਲੰਧਰ ਜ਼ਿਲ੍ਹੇ ਦੇ ਵਿੱਚ ਦਾਖਲ ਹੋਈ ਸੀ। ਇਸੇ ਹਲਕੇ ਤੋਂ ਚੌਧਰੀ ਸੰਤੋਖ ਸਿੰਘ ਸੰਸਦ ਮੈਂਬਰ ਸਨ ਕਾਂਗਰਸ ਦੇ। ANI ਤੇ ਉਸ ਵਕਤ ਦਾ ਵੀਡੀਓ ਵੀ ਸਾਂਝਾ ਕੀਤਾ ਗਿਆ ਹੈ। ਸਿਹਤ ਵਿਗੜਨ ਤੋਂ ਪਹਿਲਾਂ ਕੀ ਕੁਝ ਹੋਇਆ ਸੀ, ਇਸ ਵੀਡੀਓ ਤੋਂ ਪਤਾ ਲੱਗਦਾ ਹੈ ਕਿ ਯਾਤਰਾ ਦੀ ਵੀਡੀਓ ਦੇ ਮੁਤਾਬਿਕ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਰਾਹੁਲ ਗਾਂਧੀ ਦੇ ਨਾਲ ਤੁਰ ਰਹੇ ਸੀ। ਉਹਨਾਂ ਦੇ ਨਾਲ ਕਾਂਗਰਸ ਦੇ ਕਈ ਹੋਰ ਲੀਡਰ ਵੀ ਤੁਰ ਰਹੇ ਸਨ। ਪ੍ਰਤਾਪ ਸਿੰਘ ਬਾਜਵਾ ਵੀ ਦਿਖਾਈ ਦੇ ਰਹੇ ਨੇ ਤੇ ਜਦੋਂ ਯਾਤਰਾ ਕੁਝ ਕਦਮ ਅੱਗੇ ਵਧਦੀ ਹੈ ਤਾਂ ਰਾਹੁਲ ਗਾਂਧੀ ਨੇ ਜਿਹੜੇ ਉਹ ਵੀ ਅੱਗੇ ਵੱਧ ਜਾਂਦੇ ਨੇ। ਇਸ ਦੌਰਾਨ ਸੰਤੋਖ ਸਿੰਘ ਚੌਧਰੀ ਨੇ ਜਿਹੜੇ ਉਹ ਪਿੱਛੇ ਰਹਿ ਜਾਂਦੇ ਨੇ, ਪਰ ਅਚਾਨਕ ਕੁਝ ਹੁੰਦਾ, ਪਤਾ ਲੱਗਦਾ ਕਿ ਪਿੱਛੇ ਕੁਝ ਹੋ ਰਿਹਾ ਹੈ। ਰਾਹੁਲ ਗਾਂਧੀ ਵੀ ਰੁਕੇ, ਪਿੱਛੇ ਮੁੜੇ,
ਪਤਾ ਲੱਗਾ ਕਿ ਸੰਤੋਖ ਸਿੰਘ ਚੌਧਰੀ ਦੀ ਸਿਹਤ ਵਿਗੜ ਗਈ ਹੈ। ਭੀੜ ਦੇ ਵਿੱਚੋਂ ਤੇਜ਼ੀ ਦੇ ਨਾਲ ਐਂਬੂਲੈਂਸ ਉਹਨਾਂ ਨੂੰ ਲੈ ਕੇ ਹਸਪਤਾਲ ਵੱਲ ਦੌੜਦੀ ਹੈ, ਪਰ ਉਹਨਾਂ ਦੀ ਜਾਨ ਨਹੀਂ ਬਚ ਸਕੀ। ਜਾਣਕਾਰੀ ਮੁਤਾਬਿਕ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸੰਸਕਾਰ 15 ਜਨਵਰੀ ਨੂੰ ਐਤਵਾਰ ਨੂੰ ਜਲੰਧਰ ਜ਼ਿਲ੍ਹੇ ਦੇ ਵਿੱਚ ਸਥਿਤ ਉਹਨਾਂ ਦੇ ਪਿੰਡ ਧਾਰੀਵਾਲ ਕਾਦੀਆਂ ਦੇ ਵਿੱਚ ਸਵੇਰੇ 11 ਵਜੇ ਕੀਤਾ ਜਾਵੇਗਾ। ਸੰਤੋਖ ਸਿੰਘ ਚੌਧਰੀ ਦੀ ਅਚਾਨਕ ਮੌਤ ਤੋਂ ਬਾਅਦ ਪਾਰਟੀ ਨੇ ਭਾਰਤ ਜੋੜੋ ਯਾਤਰਾ ਨੂੰ 24 ਘੰਟਿਆਂ ਦੇ ਲਈ ਮੁਲਤਵੀ ਕਰ ਦਿੱਤਾ ਹੈ ਤੇ ਚੌਧਰੀ ਦੇ ਸੰਸਕਾਰ ਤੋਂ ਬਾਅਦ ਹੀ ਇਹ ਯਾਤਰਾ ਹੁਣ ਸ਼ੁਰੂ ਹੋਵੇਗੀ। ਐਤਵਾਰ ਨੂੰ ਜਲੰਧਰ ਦੇ ਵਿੱਚ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਨੂੰ ਵੀ ਰੱਦ ਕਰ ਦਿੱਤਾ ਗਿਆ ਤੇ ਪ੍ਰੈਸ ਕਾਨਫਰੰਸ ਹੁਣ 17 ਜਨਵਰੀ ਨੂੰ ਹੁਸ਼ਿਆਰਪੁਰ ਦੇ ਵਿੱਚ ਹੋਵੇਗੀ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਣਕਾਰੀ ਦਿੱਤੀ ਕਿ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਭਲਕੇ ਸੰਸਕਾਰ ਤੋਂ ਬਾਅਦ 11 ਵਜੇ ਮੁੜ ਭਾਰਤ ਜੋੜੋ ਯਾਤਰਾ ਸ਼ੁਰੂ ਹੋਵੇਗੀ। ਐਤਵਾਰ ਨੂੰ 11 ਵਜੇ। ਮਾਫੀ ਚਾਹੁੰਦੇ ਆ ਤੁਹਾਡੇ ਤੋਂ ਹੱਥ ਜੋੜ ਕੇ ਕਿ ਅੱਜ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ। ਆਪਣਾ ਜਿਹੜੇ ਐਮਪੀ ਸਾਹਿਬ ਸੀ ਸਰਦਾਰ ਸੰਤੋਖ ਸਿੰਘ ਚੌਧਰੀ ਜੀ ਇੱਥੋਂ ਦੇ, ਉਹਨਾਂ ਦੀ ਅੱਜ ਮੌਤ ਹੋ ਗਈ। ਸੈਰ ਉੱਥੇ ਆਪਾਂ ਨੂੰ ਆਏ ਸੀ ਤੇ ਕਿਤੇ ਉਹਨਾਂ ਦਾ ਹਾਰਟ ਫੇਲੀਅਰ ਹੋ ਗਿਆ। ਇਸ ਕਰਕੇ ਆਪਾਂ ਯਾਤਰਾ ਨੂੰ ਵਿਰਾਮ ਦਿੱਤਾ। ਚੰਗਾ ਨਹੀਂ ਲੱਗਦਾ ਕਿ ਆਪਣੇ ਪਰਿਵਾਰ ਦਾ ਮੈਂਬਰ ਚਲਾ ਜਾਵੇ ਤੇ ਆਪਾਂ ਫਿਰ ਯਾਤਰਾ, ਇਸ ਕਰਕੇ ਜਿੰਨਾ ਚਿਰ ਉਹਨਾਂ ਦਾ ਅੰਤਿਮ ਸੰਸਕਾਰ ਨਹੀਂ ਹੁੰਦਾ, ਯਾਨੀ ਕੱਲ ਨੂੰ 11 ਵਜੇ ਅੰਤਿਮ ਸੰਸਕਾਰ ਹੈ ਤੇ ਅੰਤਿਮ ਸੰਸਕਾਰ ਤੋਂ ਬਾਅਦ ਫਿਰ ਆਪਾਂ ਯਾਤਰਾ ਜਿਹੜੀ ਆ ਉਹ ਸ਼ੁਰੂ ਕਰਾਂਗੇ। ਸੋ ਇਸ ਕਰਕੇ ਉਹਨਾਂ ਚਿਰ ਯਾਤਰਾ ਪੋਸਟਪੋਨ ਕੀਤੀ ਗਈ। ਸੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਮੈਂ ਬਹੁਤ ਧੰਨਵਾਦ ਕਰਦਾ ਤਖਤੂਪੁਰਾ ਸਾਹਿਬ ਦਾ, ਪਰਮਪਾਲ ਦਾ, ਮੇਰੇ ਭਰਾ ਦਾ। ਸੋ ਤੁਹਾਡਾ ਬਹੁਤ ਧੰਨਵਾਦ। ਮੈਨੂੰ ਪਤਾ ਤੁਸੀਂ ਤੜਕੇ ਦੇ ਚੱਲ ਕੇ ਸਾਰੇ ਜਾਣੇ ਮਾਈ ਭਾਈ ਇੱਥੇ ਆਏ ਹੋ, ਬਹੁਤ ਤੁਹਾਡੀ ਮਿਹਰਬਾਨੀ, ਤੁਹਾਨੂੰ ਜੀ ਆਇਆਂ ਨੂੰ। ਪਰ ਅੱਜ ਅਫਸੋਸ ਦਾ ਦਿਨ ਹੈ, ਇਸ ਕਰਕੇ ਆਪਾਂ ਯਾਤਰਾ ਬੰਦ। ਬਹੁਤ ਬਹੁਤ ਧੰਨਵਾਦ। ਯਾਤਰਾ ਨੂੰ ਮੁਲਤਵੀ ਕਰਨ ਤੋਂ ਬਾਅਦ ਰਾਹੁਲ ਗਾਂਧੀ ਉਸੇ ਵਕਤ ਚੌਧਰੀ ਸੰਤੋਖ ਸਿੰਘ ਦੇ ਘਰ ਪਹੁੰਚੇ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਕਰੀਬ 40 ਮਿੰਟਾਂ ਤੱਕ ਉਹ ਪਰਿਵਾਰ ਦੇ ਨਾਲ ਬੈਠੇ ਰਹੇ। ਉੱਥੇ ਨਾਲ ਹੀ ਚੌਧਰੀ ਸੰਤੋਖ ਸਿੰਘ ਦੀ ਮ੍ਰਿਤਕ ਦੇਹ ਵੀ ਪਈ ਹੋਈ ਸੀ। ਰਾਹੁਲ ਗਾਂਧੀ ਨੇ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਅਤੇ ਦੱਸ ਰਹੀ ਸੀ ਕਿ ਮੇਰੇ ਨਾਲ ਤੁਰ ਰਹੇ ਸੀ। ਅਚਾਨਕ ਇੱਕਦਮ ਕਹਿੰਦੇ ਮੈਂ ਸ਼ੌਕ ਦੇ ਵਿੱਚ ਆ ਕਿ ਇੱਕਦਮ ਇਸ ਤਰੀਕੇ ਦੇ ਨਾਲ ਚੌਧਰੀ ਸੰਤੋਖ ਸਿੰਘ ਦੀ ਹਾਲਤ ਵਿਗੜੀ ਤੇ ਪਲਾਂ ਦੇ ਵਿੱਚ ਹੀ ਉਹ ਖਤਮ ਵੀ ਹੋ ਗਏ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਦੁੱਖ ਜਤਾਉਂਦਿਆਂ ਲਿਖਿਆ ਕਿ ਯਕੀਨ ਨਹੀਂ ਹੁੰਦਾ ਕਿ ਕੁਝ ਮਿੰਟ ਪਹਿਲਾਂ ਉਹ ਯਾਤਰਾ ਦੀ ਸਟੇਜ ਤੋਂ ਬੋਲ ਰਹੇ ਸਨ, ਉਸ ਤੋਂ ਬਾਅਦ ਉਹ ਯਾਤਰਾ ਦੇ ਨਾਲ ਤੁਰ ਰਹੇ ਸਨ ਤੇ ਚੌਧਰੀ ਸਾਹਿਬ ਦੇ ਬਲਿਦਾਨ ਨੂੰ ਕਹਿੰਦੇ ਕਾਂਗਰਸ ਨਹੀਂ ਪੂਰਾ ਭਾਰਤ ਯਾਦ ਰੱਖੂਗਾ। ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸੰਤੋਖ ਸਿੰਘ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਜਤਾਉਂਦਿਆਂ ਟਵੀਟ ਕੀਤਾ ਕਿ ਕਾਂਗਰਸ ਦੇ ਜਲੰਧਰ ਤੋਂ ਐਮਪੀ ਸੰਤੋਖ ਸਿੰਘ ਚੌਧਰੀ ਦੀ ਬੇਵਕਤੀ ਮੌਤ ਦਾ ਬੇਹੱਦ ਦੁੱਖ ਹੋਇਆ। ਪਰਮਾਤਮਾ ਵਿਛੜੀ ਰੂਹ ਨੂੰ ਸਕੂਨ ਬਖਸ਼ੇ, ਵਾਹਿਗੁਰੂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਫਸੋਸ ਜਤਾਉਂਦਿਆਂ ਲਿਖਿਆ ਕਿ ਸੰਤੋਖ ਸਿੰਘ ਚੌਧਰੀ ਦੇ ਅਚਾਨਕ ਦੇਹਾਂਤ ਦੀ ਖਬਰ ਸੁਣ ਕੇ ਦੁੱਖ ਹੋਇਆ ਹੈ। ਉਹਨਾਂ ਦੇ ਪਰਿਵਾਰ ਨੂੰ ਦੁੱਖ ਝੱਲਣ ਦੀ ਪ੍ਰਮਾਤਮਾ ਤਾਕਤ ਬਖਸ਼ੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ ਕਿ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਦੀ ਖਬਰ ਸੁਣ ਕੇ ਦੁੱਖ ਹੋਇਆ ਹੈ। ਉਹਨਾਂ ਦੀ ਆਤਮਾ ਨੂੰ ਵਾਹਿਗੁਰੂ ਸ਼ਾਂਤੀ ਦੇਣ। ਹੁਣ ਸੰਤੋਖ ਸਿੰਘ ਚੌਧਰੀ ਬਾਰੇ ਕੁਝ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆ। ਸੰਤੋਖ ਸਿੰਘ ਚੌਧਰੀ ਦਾ ਜਨਮ ਜਲੰਧਰ ਦੇ ਪਿੰਡ ਧਾਰੀਵਾਲ ਵਿਖੇ ਹੋਇਆ ਸੀ। ਉਹਨਾਂ ਨੇ BA ਤੇ LLB ਦੀ ਡਿਗਰੀ ਹਾਸਲ ਕੀਤੀ ਸੀ। ਪੇਸ਼ੇ ਵਜੋਂ ਉਹ ਵਕੀਲ ਅਤੇ ਕਾਰੋਬਾਰੀ ਸਨ। 1978 ਤੋਂ 82 ਤੱਕ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਰਹੇ। 92 ਤੋਂ 97 ਤੇ ਫਿਰ 2002 ਤੋਂ 7 ਤੱਕ ਉਹ 2 ਵਾਰੀ MLA ਚੁਣੇ ਗਏ। 1992 ਤੋਂ 95 ਦਰਮਿਆਨ ਸੰਤੋਖ ਸਿੰਘ ਪੰਜਾਬ ਦੀ ਕਾਂਗਰਸ ਸਰਕਾਰ ਦੇ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਤੇ ਖੁਰਾਕ ਮੰਤਰੀ ਵੀ ਰਹੇ। 97-98 ਦੇ ਵਿੱਚ ਉਹ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਰਹੇ। 2002 ਦੇ ਵਿੱਚ ਇੱਕ ਵਾਰੀ ਫਿਰ ਤੋਂ ਉਹਨਾਂ ਨੂੰ ਕਾਂਗਰਸ ਨੇ ਕੈਬਨਿਟ ਮੰਤਰੀ ਬਣਾਇਆ। ਮਈ 2014 ਤੇ ਮਈ 2019 ਦੇ ਵਿੱਚ ਉਹ ਜਲੰਧਰ ਲੋਕ ਸਭਾ ਦੇ ਮੈਂਬਰ ਵੀ ਚੁਣੇ ਗਏ ਤੇ ਵਿਵਾਦਾਂ ਦੇ ਨਾਲ ਚੌਧਰੀ ਦਾ ਰਿਸ਼ਤਾ ਘੱਟ ਹੀ ਸੁਣਨ ਨੂੰ ਮਿਲਿਆ। ਹੁਣ ਮੌਸਮ ਦੀ ਗੱਲ ਕਰਾਂਗੇ। ਲੋਹੜੀ ਤੋਂ ਬਾਅਦ ਮਾਘੀ ਵਾਲੇ ਦਿਨ ਵੀ ਪੰਜਾਬ ਤੇ ਹਰਿਆਣਾ ਦੇ ਵਿੱਚ ਠੰਡ ਲਗਾਤਾਰ ਜਾਰੀ ਰਹੀ। ਹਾਲਾਂਕਿ ਕਈ ਪਿੰਡਾਂ ਸ਼ਹਿਰਾਂ ਦੇ ਵਿੱਚ ਧੁੱਪ ਤਾਂ ਕੜਾਕੇ ਦੀ ਨਿਕਲੀ, ਪਰ ਠੰਡੀਆਂ ਹਵਾਵਾਂ ਨੇ ਧੁੱਪ ਦਾ ਅਹਿਸਾਸ ਕੋਈ ਖਾਸ ਨਹੀਂ ਹੋਣ ਦਿੱਤਾ। ਤੜਕੇ ਤੋਂ ਪੰਜਾਬ ਦੇ ਵਿੱਚ ਸੰਘਣੀ ਧੁੰਦ ਵੀ ਕਈ ਇਲਾਕਿਆਂ ਦੇ ਵਿੱਚ ਪਈ ਦੇਖੀ ਗਈ। ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਬੱਦਲਵਾਈ ਦੇਖੀ ਗਈ। ਆਮ ਜਨ ਜੀਵਨ ਜਿਹੜਾ ਉਹ ਸਾਰੇ ਥਾਈਂ ਪ੍ਰਭਾਵਿਤ ਲਗਾਤਾਰ ਹੀ ਹੋ ਰਿਹਾ ਹੈ।
दिन वक्त भी पंजाब के कई पिंडां शहरां दे विच धुंध पैण करके लोकां नूं वाहन चलाउण दे विच जाहिर तौर ते दिक्कतां दा सामना करना पिया। मौसम विभाग के मुताबिक शनिचरवार नूं पंजाब दे विच बठिंडा सब तो वध ठंडा रहा। इत्थे तापमान 0.6 डिग्री सैल्सीयस दर्ज किया गया। राजधानी चंडीगढ़ दे विच तापमान 11.4 डिग्री सैल्सीयस, अमृतसर दे विच 1.2 डिग्री सैल्सीयस, लुधियाना दे विच 9.6 डिग्री सैल्सीयस दर्ज किया गया। मौसम विभाग मुताबिक पंजाब अते हरियाणा दे विच 19 जनवरी तक संघनी धुंध भी जारी रहेगी अते शीत लहर भी इसी तरह चलती रहेगी। उधर पहाड़ी सूबियां दे विच लगातार बर्फबारी दा आनंद लोग मान रहे ने। हालांकि इत्थे भी तापमान बर्फबारी तो बाद माइनस दे विच चला जांदा है, पर जिहड़ी सुक्की ठंड है उस तो लोकां नूं जरूर राहत मिलदी है ते सैलानी दूरों दूर इस बर्फ नूं देखण लई पहुंचदे ने। इस दरमियान हिमाचल प्रदेश के चंबा जिले के विच शनिचरवार सवेरे 5:17 ते भूचाल के तेज झटके भी महसूस किए गए। तीव्रता 3.2 मापी गई, जो कि इस तो 5 किलोमीटर हेठां सी। केंद्र चंबा ही रहा। चंबा जिले के नाल लगदे कांगड़ा दे विच भी भूचाल के तेज झटके महसूस किए गए। तीव्रता 2.8 मापी गई, जमीन तो 5 किलोमीटर हेठां सी। कड़ाके की ठंड के मद्देनजर चंडीगढ़ प्रशासन ने 1वीं तो लैके 8वीं जमात दीआं क्लासां दे विद्यार्थियों दीआं छुट्टियां होर वधा दित्तियां ने। इन्हां छुट्टियां नूं हुण वधा के 21 जनवरी तक कर दिता गया है। 12वीं क्लास तक दे जिहड़े विद्यार्थी ने वो पहलां भी स्कूल आ रहे ने, उन्हां दी छुट्टियां सिर्फ एक बारी वधाईआं गईआं, उस तो बाद उन्हां दे स्कूल लग चुके ने ते उन्हां दे स्कूल ਜਿਹੜੇ ਨੇ ਉਸੇ ਤਰ੍ਹਾਂ ਜਾਰੀ ਰਹਿਣਗੇ। ਪਰ ਪਹਿਲੀ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਛੁੱਟੀਆਂ ਹੁਣ 21 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ। ਮੌਸਮ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਤੁਹਾਨੂੰ ਦੇ ਦਿੰਦੇ ਹਾਂ। ਜੰਮੂ ਕਸ਼ਮੀਰ ਦੇ ਬਾਂਦੀਪੋਰਾ ਦੇ ਗੁਰੇਜ਼ ਦੇ ਵਿੱਚ ਸ਼ਨੀਚਰਵਾਰ ਨੂੰ ਬਰਫੀਲਾ ਤੂਫਾਨ ਆਉਣ ਤੋਂ ਬਾਅਦ 12 ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਤੇ ਸ਼ੁੱਕਰਵਾਰ ਨੂੰ ਬਾਂਦੀਪੋਰਾ ਦੇ ਵਿੱਚ ਬਰਫ਼ਬਾਰੀ ਹੋਈ ਸੀ, ਜਿਸ ਤੋਂ ਬਾਅਦ ਬਰਫੀਲਾ ਤੂਫਾਨ ਮੰਨਦਿਆਂ ਹਾਈ ਅਲਰਟ ਜਾਰੀ ਕੀਤਾ ਗਿਆ। बांदीपोरा, बारामूला, डोडा, गांदरबल, किश्तवाड़, पुंछ, रामबन ते रियासी दे विच मीडियम अलर्ट जारी किया गया है। कहा गया कि अगले 24 घंटिਆਂ ਦੇ ਵਿੱਚ 2000 मीटर की उचाई ते कुपवाड़ा विच खतरनाक पद्धर ते बर्फीला तूफान आ सकता है। इस दे नाल 2000 मीटर की उचाई ते थोड़े ਜਿਹੇ प्रभाव वाला बर्फीला तूफान आउण दी चेतावनी जारी की गई है। अनंतनाग, कुलगाम ते राजौरी दे विच घट खतरनाक पद्धर दा बर्फीला तूफान आ सकता है। लोकां नूं सावधान रहण दी अपील जारी की गई है। उन्हां थावां ते ना जाण लई कहा गया जिथे तूफान की संभावना है। शनिचरवार नूं देसी महीने माघ की भी शुरुआत हुई है ते इस दिन दे नाल जुड़े दो इतिहासिक दिहाड़े भी असीं तुहानूं दस दिंदे हां। सब तो पहलां माघी दे जोड़ मेल बारे दसदे हां। इस दिन 1705 ईस्वी दे विच खिदराणे दी ढाब दे उत्ते मुगलां दे नाल घमसान लड़ाई हुई सी। श्री गुरु गोबिंद सिंह साहिब जी नूं श्री गुरु गोबिंद सिंह साहिब तो आनंदपुर साहिब दे किले तो विछड़ के मुड़ गुरु साहिब दी शरण पहुंचे 40 सिंह इस जंग दे विच बड़ी बहादरी दे नाल लड़े सन ते शहीदियां पा गए सन। इतिहास दसदा है कि गुरु जी ने सिखां दी बहादरी देख के भाई महा सिंह दी बेनती ते बेदावा पाड़दियां उन्हां नूं गल दे नाल लाया सी ते इन्हां सिखां दे इतिहास दे विच 40 मुक्त कहा जांदा है, जिन्हां दे नाम ते खिदराणे दी ढाब दा नाम मुक्तसर पै गया। इह लड़ाई चमकौर दी जंग तो करीब 4 महीने बाद लड़ी गई सी। अनोखी जंग दे विच शहीद होए 40 सिख योधियां नूं माघी दे पवित्र दिहाड़े ते खालसा टीवी दी पूरी टीम प्रणाम करदी है। इस शहीदी नूं समर्पित हमेशा हर साल गुरुद्वारा टुट्टी गंढी साहिब श्री मुक्तसर साहिब विखे 3 दिना शहीदी जोड़ मेल मनाए जाते हैं। निचरवार नूं श्री अखंड पाठ साहिब दे भोग पाए गए अते 15 जनवरी ऐतवार नूं गुरुद्वारा टुट्टी गंढी साहिब तो गुरुद्वारा टिब्बी साहिब, रकाबगंज साहिब अते दातनसर साहिब तक विशाल नगर कीर्तन सजाया जाएगा। विशेष ढाडी समागम होगा ते गुरुद्वारा तंबू साहिब विखे अमृत संचार भी करवाया जाएगा। इस जोड़मेल दौरान सियासी कॉन्फ्रेंसां भी सजदियां ने। ऐतकी कांग्रेस ते आम आदमी पार्टी ने तां नहीं सियासी कॉन्फ्रेंस सजाई, पर श्रोमणी अकाली दल बादल अते श्रोमणी अकाली दल मान दल दे वल्लों जरूर सियासी कॉन्फ्रेंसां सजाईयां गईयां। इन्हां वड्डियां कॉन्फ्रेंसां दे विच पहुंचे लोकां नूं सुखबीर सिंह बादल ने संबोधन कीता ते दूसरे पासे सिमरनजीत सिंह मान ने भी संबोधन कीता। अकाली दल गुरुआं दे दसे होए रस्ते ते चलण वाली पार्टी है। अपने गुरुआं ने आपां नूं दस्सिया सरबत दे भले दी गल कीती है। किते आपां सिखां दी घरे दी गल नहीं करदे, आपां सरबत दे भले दी गल करदे हैं। अपने गुरुआं ने दूजे धर्म नूं बचाउण वास्ते अपनी जान कुर्बान करती है, तो वड्डी मिसाल की है। सो जेड़ी पार्टी सरबत दे भले दी गल करन वाली है, जेड़ी पार्टी अमन शांति की गल करने वाली है, जेड़ी पार्टी भाईचारे सांझ की करने वाली है, वो तो ओदी मुकाबला पार्टियां कर रही हैं जड़ियां एक एक कोई बीजेपी वो लड़ा के बीजेपी सोचा लड़ाना, कांग्रेस की सोच है झूठ बोल के फिर तो हमले करने।
ਤੇ ਇਹ ਜੀਆਂ ਪਾਰਟੀਆਂ ਆਪਾਂ ਨੂੰ ਬਰਬਾਦ ਕਰ ਦੇਣਗੀਆਂ। ਇਸ ਦਿਨ ਦੇ ਨਾਲ ਦੂਸਰਾ ਇਤਿਹਾਸਿਕ ਪੰਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦੇ ਨਾਲ ਜੁੜਿਆ ਹੋਇਆ। ਇਸ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਸੂਫੀ ਸੰਤ ਸਾਈਂ ਮੀਆਂ ਮੀਰ ਜੀ ਨੂੰ ਅੰਮ੍ਰਿਤਸਰ ਬੁਲਾ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਸਾਈਂ ਮੀਆਂ ਮੀਰ ਜੀ ਦੇ ਹੱਥੋਂ ਰਖਵਾਈ ਸੀ। ਇਸ ਮੌਕੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ। ਪ੍ਰਧਾਨ ਨੇ ਜਿੱਥੇ ਖਿਦਰਾਣੇ ਦੀ ਢਾਬ ਤੇ ਜਿਹੜੀ ਜੰਗ ਹੋਈ ਸੀ ਉਸ ਦਾ ਇਤਿਹਾਸ ਦੱਸਿਆ, ਉੱਥੇ ਹੀ ਧਾਮੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਉਲਟ ਜਾਤਾਂ ਪਾਤਾਂ ਦੇ ਵਿੱਚ ਫਸਦੇ ਜਾ ਰਹੇ ਹਾਂ। ਦੇਖੋ ਅੱਜ ਦੇ ਸਮੇਂ ਦੇ ਵਿੱਚ ਗੁਰੂ ਸਾਹਿਬ ਜੀ ਨੇ 1699 ਦੇ ਵਿੱਚ ਜਾਤ ਪਾਤ ਖਤਮ ਕੀਤੀ ਸੀ। ਸਤਿਗੁਰੂ ਜੀ ਨੇ 1699 ਵਿੱਚ ਊਚ ਨੀਚ ਖਤਮ ਕੀਤੀ ਸੀ। ਸਤਿਗੁਰੂ ਜੀ ਨੇ ਉੱਥੇ ਪਾੜਾ ਮਟਾਇਆ ਸੀ ਸੰਗਤ ਰੂਪੀ ਇੱਕ ਸੁਰਤਾ ਦੇ ਵਿੱਚ ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਕੇ। ਅੱਜ ਫਿਰ ਆਪਾਂ ਜਾਤਾਂ ਪਾਤਾਂ 'ਚ ਗਰਸੇ ਜਾ ਰਹੇ ਹਾਂ, ਊਚ ਨੀਚ ਦੇ ਵਿੱਚ ਗਰਸੇ ਜਾ ਰਹੇ ਹਾਂ। ਸਤਿਗੁਰੂ ਜੀ ਨੇ ਸਾਰੇ ਪਵਿੱਤਰ ਸਿਧਾਂਤ ਜਿਹੜੇ ਸਾਨੂੰ ਬਖਸ਼ਿਸ਼ ਕੀਤੇ ਸੀ, ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ, ਤੇ ਜੇ ਗੁਰੂ ਕਾ ਸਿੱਖ ਤੇ ਇਹਨਾਂ ਸਿਧਾਂਤਾਂ ਦੇ ਆ ਜਾ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਵਿੱਤਰ ਸਿਧਾਂਤ ਤੇ ਸਤਿਗੁਰੂ ਜੀ ਆਪਣੀ ਗੁਰਸਿੱਖੀ ਦੀ ਬਖਸ਼ਿਸ਼ ਕਰ ਦਿੰਦੇ। ਇਹ ਸਿੱਖ ਪੰਥ ਦੀ ਵਿਲੱਖਣਤਾ ਇਹ ਆ ਕਿ ਇਹ ਸਾਰੇ ਸਮਾਜ ਦੀਆਂ ਬੁਰਾਈਆਂ ਨੂੰ ਛੱਡ ਕੇ ਇੱਕ ਥਾਂ ਪਵਿੱਤਰ ਗੁਰੂ ਚਰਨਾਂ ਦੇ ਵਿੱਚ ਜਿੱਥੇ ਪੰਗਤ ਦੀ ਕੋਈ ਆਪਣੇ ਬਣਤਰ ਜਿਹੜੀ ਸਤਿਗੁਰੂ ਜੀ ਨੇ ਇੱਕ ਰੂਪੀ ਬਣਾਈ, ਇੱਥੇ ਹਰ ਇੱਕ ਪੱਖ ਦੇ ਵਿੱਚ ਚਾਹੇ ਮਨੁੱਖ ਕੀਰਤਨ ਸਰਵਣ ਕਰਦਾ, ਚਾਹੇ ਮਨੁੱਖ ਦੇਗ ਲੈਂਦਾ, ਚਾਹੇ ਕਿਸੇ ਵੀ ਪੱਖ ਤੋਂ ਆ, ਗੁਰੂ ਘਰ ਦੀ ਇਹ ਪਰੰਪਰਾ ਜਿਹੜੀ ਉਹ ਵਿਲੱਖਣਤਾ। ਪਰ ਅੱਜ ਸਮਾਜਿਕ ਤੌਰ ਤੇ ਬੁਰਾਈਆਂ ਕੁਝ ਵੱਧ ਰਹੀਆਂ ਜਿਨ੍ਹਾਂ ਨੂੰ ਅੱਜ ਛੱਡਣ ਦੀ ਲੋੜ ਆ। ਜ਼ੀਰਾ ਦੇ ਵਿੱਚ ਮਨਸੂਰਵਾਲ ਕਲਾਂ ਪਿੰਡ ਦੇ ਵਿੱਚ ਸਥਿਤ ਮਾਲਬਰੋਸ ਸ਼ਰਾਬ ਫੈਕਟਰੀ ਦੇ ਬਾਹਰ ਜਿਹੜਾ ਧਰਨਾ ਲੱਗਿਆ ਹੋਇਆ, ਉਸੇ ਸ਼ਰਾਬ ਫੈਕਟਰੀ ਦੇ ਗੰਦੇ ਪਾਣੀ ਕਰਕੇ ਹਵਾ ਦੇ ਵਿੱਚ ਜਿਹੜਾ ਪ੍ਰਦੂਸ਼ਣ ਫੈਲ ਰਿਹਾ ਹੈ, ਪਾਣੀ ਦੇ ਵਿੱਚ, ਧਰਤੀ ਦੇ ਵਿੱਚ ਫੈਲ ਰਿਹਾ ਹੈ, ਉਸ ਦਾ ਅਸਰ ਹੁਣ ਲਗਾਤਾਰ ਪ੍ਰਤੱਖ ਦਿਸਣਾ ਸ਼ੁਰੂ ਹੋ ਗਿਆ। ਪਿੰਡਾਂ ਦੇ ਵਿੱਚ ਲੋਕ ਦਿਨੋਂ ਦਿਨ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਮੌਤ ਦੇ ਮੂੰਹ 'ਚ ਜਾ ਰਹੇ ਨੇ। ਹਾਲੇ ਇਲਾਕੇ ਵਿੱਚ ਮੌਤ ਦਾ ਸ਼ਿਕਾਰ ਹੋਈ ਰਾਜਵੀਰ ਸਿੰਘ ਦਾ ਸਿਵਾ ਠੰਡਾ ਨਹੀਂ ਸੀ ਹੋਇਆ ਕਿ ਇਸੇ ਦਰਮਿਆਨ ਹੁਣ ਪਿੰਡ ਰਟੌਲ ਰੋਹੀ ਤੋਂ ਇੱਕ ਹੋਰ ਵਿਅਕਤੀ ਬੂਟਾ ਸਿੰਘ ਦੀ ਮੌਤ ਦੀ ਖਬਰ ਆ ਗਈ ਹੈ। ਬੂਟਾ ਸਿੰਘ ਬਾਰੇ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਗੁਰਦੇ ਤੇ ਲੀਵਰ ਖਰਾਬ ਹੋ ਚੁੱਕੇ ਸਨ ਤੇ ਆਪਣੇ ਘਰ ਦੇ ਵਿੱਚ ਆਕਸੀਜਨ ਤੇ ਸੀ, ਆਖਰੀ ਸਾਹਾਂ ਤੇ ਸੀ। ਜ਼ੀਰਾ ਮੋਰਚੇ ਦੇ ਆਗੂਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਰਟੌਲ ਰੋਹੀ ਮਾਲਬਰੋਸ ਸ਼ਰਾਬ ਫੈਕਟਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਿੰਡਾਂ ਦੇ ਵਿੱਚੋਂ ਇੱਕ ਹੈ। ਜਾਨ ਗਵਾਉਣ ਵਾਲੇ ਵਿਅਕਤੀ ਬੂਟਾ ਸਿੰਘ ਨੇ ਮਹਿਜ਼ ਇੱਕ ਦਿਨ ਪਹਿਲਾਂ ਹੀ ਆਪਣੀ ਵਿਗੜੀ ਹੋਈ ਸਿਹਤ ਲਈ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਜ਼ਿੰਮੇਦਾਰ ਠਹਿਰਾਇਆ ਸੀ। ਉਸ ਵਕਤ ਬੂਟਾ ਸਿੰਘ ਦੀ ਹਾਲਤ ਇੰਨੀ ਕੁ ਵਿਗੜੀ ਹੋਈ ਸੀ ਕਿ ਉਸ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ। ਵੀਡੀਓ ਦੇ ਵਿੱਚ ਬੂਟਾ ਸਿੰਘ ਦੇ ਪਰਿਵਾਰ ਦੀ ਮੰਦੀ ਹਾਲਤ ਵੀ ਸਾਫ਼ ਦਿਖਾਈ ਦੇ ਰਹੀ ਸੀ। ਇਸੇ ਵੀਡੀਓ ਦੇ ਵਿੱਚ ਪਰਿਵਾਰ ਨੇ ਵੀ ਬਿਮਾਰੀ ਦਾ ਕਾਰਨ ਮਾਲਬਰੋਸ ਫੈਕਟਰੀ ਨੂੰ ਦੱਸਿਆ ਸੀ ਤੇ ਇਹ ਵੀ ਖੁਲਾਸਾ ਕੀਤਾ ਕਿ ਫੈਕਟਰੀ ਦੇ ਵਿੱਚ ਬੂਟਾ ਸਿੰਘ ਨੇ 2 ਮਹੀਨੇ ਕੰਮ ਵੀ ਕੀਤਾ ਸੀ, ਜਿਸ ਦੌਰਾਨ ਉਸ ਤੋਂ ਗੰਦੇ ਪਾਣੀ ਵਾਲੇ ਡਰਮ ਸਾਫ਼ ਕਰਵਾਏ ਜਾਂਦੇ ਸੀ। ਇਸ ਤੋਂ ਬਾਅਦ ਹੀ ਉਸ ਨੂੰ ਬਿਮਾਰੀਆਂ ਨੇ ਘੇਰ ਲਿਆ ਤੇ ਕੰਮ ਛੱਡਣ ਤੋਂ ਬਾਅਦ ਹੌਲੀ-ਹੌਲੀ ਉਸਦੇ ਲੀਵਰ ਤੇ ਦੋਵੇਂ ਗੁਰਦੇ ਖਰਾਬ ਹੋ ਗਏ। ਹਾਲਤ ਦਿਨੋਂ ਦਿਨ ਖਰਾਬ ਹੁੰਦੀ ਗਈ ਤੇ ਡਾਕਟਰਾਂ ਨੇ ਵੀ ਬਿਮਾਰੀ ਦਾ ਕਾਰਨ ਗੰਦੇ ਪਾਣੀ ਨੂੰ ਦੱਸਿਆ ਸੀ। ਜੀ ਮੈਨੂੰ ਸ਼ਰਾਬ ਫੈਕਟਰੀ ਦੇ ਨਾਲ ਡਾਕਟਰ ਪੈ ਗਿਆ, ਮੇਰੇ ਘਰ ਦੇ ਨਾ ਹੋਣ ਕਰਕੇ ਮੇਰੇ ਤੋਂ ਕੀ ਨੁਕਸਾ ਜੀ ਤੁਹਾਨੂੰ? ਬਚਿਆ ਨਹੀਂ ਗਿਆ। ਮੈਂ ਕੋਈ ਨਹੀਂ ਅੰਕਲ ਜੀ, ਇਹਨਾਂ ਦੇ ਵੀਰੇ ਲੀਵਰ ਚ ਨੁਕਸਾ, ਕਿਡਨੀਆਂ ਦੋਨੇ ਫੇਲ ਆ ਤੇ ਸ਼ੂਗਰ ਸ਼ਾਗਰ ਵਗੈਰਾ ਸਾਰਾ ਕੁਝ। ਰਿਪੋਰਟਾਂ ਇਹਨਾਂ ਸਾਡੇ ਕੋਲ ਰਿਪੋਰਟਾਂ ਸਾਰੀਆਂ ਹੈਗੀਆਂ, ਪਰ ਹੋਇਆ ਸਭ ਕੁਝ ਫੈਕਟਰੀ ਦੇ ਕਾਰਨ। ਜਿਹੜੀ ਆ ਦੀਪ ਮਲੋਤਰੀ ਸ਼ਰਾਬ ਫੈਕਟਰੀ ਹੈ, ਹਾਂਜੀ ਹਾਂਜੀ, ਇਹ ਫੈਕਟਰੀ ਦੇ ਕਾਰਨ ਸਭ ਕੁਝ ਹੋਇਆ। ਫੈਕਟਰੀ 'ਚ ਲੱਗੇ ਵੀ ਰਹੇ 2 ਮਹੀਨੇ ਜੀ ਤੇ ਇਹਨਾਂ ਨੇ ਕੰਮ ਵੀ ਉੱਥੇ ਕੀਤਾ। ਫਿਰ ਉਹ ਜਦੋਂ ਉੱਥੇ ਡਰਮ ਸਾਫ਼ ਕਰਵਾਉਂਦੇ ਸੀ ਉਹਨਾਂ ਵਿੱਚ ਗੰਦਾ ਪਾਣੀ ਹੁੰਦਾ ਸੀ, ਉਹਨਾਂ ਦੇ ਕਾਰਨ ਇਹਨਾਂ ਦੇ ਪਿੰਡੇ ਦੇ ਅਲਰਜੀ ਹੋ ਗਈ, ਖਾਰਸ਼ ਵਗੈਰਾ ਹੋਣ ਲੱਗ ਗਈ। ਅੱਛਾ ਜੀ। ਫਿਰ ਇਹ ਹਟ ਗਏ, ਫਿਰ ਉਦੋਂ ਦੇ ਬਿਮਾਰ ਹੀ ਪਏ ਆ ਇਹ। ਹੁਣ ਕੀ ਬਿਮਾਰੀ ਇਹਨੂੰ? ਇਹਨਾਂ ਦੇ ਕਿਡਨੀਆਂ ਫੇਲ ਆ ਤੇ ਗੁਰਦੇ ਖਰਾਬ ਆ ਜਮਈ ਤੇ ਲੀਵਰ ਜਮਈ ਹੈ ਨਹੀਂ। ਜੀ ਮੈਨੂੰ ਸ਼ਰਾਬ ਫੈਕਟਰੀ ਦੇ ਨਾਲ ਡਾਕਟਰ ਪੈ ਗਿਆ, ਮੇਰੇ ਘਰ ਦੇ ਨਾ ਹੋਣ ਕਰਕੇ ਮੇਰੇ ਤੋਂ ਕੀ ਨੁਕਸਾ ਜੀ ਤੁਹਾਨੂੰ? ਬਚਿਆ ਨਹੀਂ ਗਿਆ। ਮੈਂ ਕੋਈ ਨਹੀਂ ਅੰਕਲ ਜੀ। ਇਸ ਪਰਿਵਾਰ ਦੇ ਵਿੱਚ ਸਿਰਫ ਬੂਟਾ ਸਿੰਘ ਦੀ ਹੀ ਜਾਨ ਨਹੀਂ ਗਈ, ਬਲਕਿ ਪਰਿਵਾਰ ਦੀ ਇੱਕ ਹੋਰ ਬਜ਼ੁਰਗ ਔਰਤ ਦੇ ਵੀ ਗੁਰਦੇ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਨੇ।
ਪਰਿਵਾਰ ਦੇ ਸਾਰੇ ਮੈਂਬਰਾਂ ਨੇ ਇਹਨਾਂ ਹਾਲਾਤਾਂ ਦਾ ਜ਼ਿੰਮੇਦਾਰ ਸਿਰਫ ਤੇ ਸਿਰਫ ਫੈਕਟਰੀ ਦੇ ਪ੍ਰਦੂਸ਼ਣ ਨੂੰ ਦੱਸਿਆ ਤੇ ਇਸ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਸੀ। ਬੂਟਾ ਸਿੰਘ ਆਪਣੇ ਪਿੱਛੇ 2 ਬੱਚੇ ਤੇ ਪਤਨੀ ਛੱਡ ਗਿਆ। ਹਾਲੇ ਕੁਝ ਦਿਨ ਪਹਿਲਾਂ ਹੀ ਰਾਜਵੀਰ ਸਿੰਘ ਨਾਮ ਦੇ ਨੌਜਵਾਨ ਦੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ। ਉਸ ਨੇ ਵੀ ਮੌਤ ਤੋਂ ਪਹਿਲਾਂ ਆਪਣਾ ਇੰਟਰਵਿਊ ਦਿੱਤਾ ਸੀ ਅਤੇ ਬਿਮਾਰੀ ਦਾ ਕਾਰਨ ਸ਼ਰਾਬ ਫੈਕਟਰੀ ਨੂੰ ਦੱਸਿਆ ਸੀ। ਇਸ ਮੌਤ ਤੋਂ ਬਾਅਦ ਟਰੈਕਟਰ ਟੂ ਟਵਿੱਟਰ ਨੇ ਵੀ ਸੋਸ਼ਲ ਮੀਡੀਆ ਤੇ ਜਿਹੜੇ ਨੌਜਵਾਨ ਇਸ ਮੋਰਚੇ ਦਾ ਸਾਥ ਦੇ ਰਹੇ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਦਿਆਂ ਲਿਖਿਆ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਪ੍ਰਦੂਸ਼ਣ ਦੇ ਨਾਲ ਹੋਣ ਵਾਲੀ ਇਹ ਦੂਸਰੀ ਮੌਤ ਹੈ। ਪਰ ਅਫਸੋਸ ਹੈ ਕਿ ਮੀਡੀਆ ਵੀ ਇਸ ਮੌਤ ਨੂੰ ਨਹੀਂ ਦਿਖਾ ਰਿਹਾ। ਅੱਜ ਕਹਿੰਦੇ ਪੰਜਾਬ ਦੇ ਵਿੱਚ 2 ਮੌਤਾਂ ਹੋਈਆਂ ਨੇ। ਇੱਕ ਪਾਸੇ ਇੱਕ ਸਿਆਸਤਦਾਨ ਦੀ ਮੌਤ ਹੋ ਗਈ ਹੈ ਜਿਸ ਦਾ ਵੀ ਸਾਨੂੰ ਦੁੱਖ ਹੈ, ਪਰ ਦੂਸਰੇ ਪਾਸੇ ਪ੍ਰਦੂਸ਼ਣ ਦੇ ਨਾਲ ਇੱਕ ਪੰਜਾਬੀ ਦੀ ਮੌਤ ਹੋ ਗਈ ਹੈ ਜਿਸ ਬਾਰੇ ਮੀਡੀਆ ਕੁਝ ਨਹੀਂ ਦਿਖਾ ਰਿਹਾ। ਜ਼ੀਰਾ ਮੋਰਚੇ ਨੂੰ ਜਿੱਥੇ ਲਗਾਤਾਰ ਕਿਸਾਨ ਜਥੇਬੰਦੀਆਂ ਦਾ ਸਮਰਥਨ ਮਿਲ ਰਿਹਾ ਹੈ, ਉੱਥੇ ਜ਼ੀਰਾ ਮੋਰਚੇ ਦੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਵੀ ਪਹੁੰਚੇ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਸ਼ਰਾਬ ਫੈਕਟਰੀ ਲਾਉਣਾ ਸ਼ਰਮਨਾਕ ਗੱਲ ਹੈ। ਨਸੀਹਤ ਵੀ ਦਿੱਤੀ ਕਿ ਸ਼ਰਾਬ ਫੈਕਟਰੀ ਨੂੰ ਸਿਰਫ ਇਸ ਕਰਕੇ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਕਿ ਇਸ ਦੇ ਨਾਲ ਸਭ ਕੁਝ ਪ੍ਰਦੂਸ਼ਿਤ ਹੁੰਦਾ ਹੈ, ਬਲਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਇਸ ਫੈਕਟਰੀ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਤਾੜਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ ਜਿਹੀ ਫੈਕਟਰੀ ਲਾ ਕੇ ਪੰਜਾਬ ਦੇ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਉਹਨਾਂ ਨੇ ਲੋਕਾਂ ਦੇ ਵੱਲੋਂ ਸ਼ਰਾਬ ਫੈਕਟਰੀ ਨੂੰ ਬੰਦ ਕਰਵਾ ਕੇ ਹੀ ਇੱਥੋਂ ਉੱਠਣ ਦੀ ਉਮੀਦ ਵੀ ਪ੍ਰਗਟਾਈ। ਭਾਰਤੀ ਸਿੱਖ ਫੌਜੀਆਂ ਦੇ ਲਈ ਭਾਰਤ ਸਰਕਾਰ ਦੇ ਵੱਲੋਂ ਖਰੀਦੇ ਜਾਣ ਵਾਲੇ ਬੈਲਿਸਟਿਕ ਹੈਲਮਟ ਬਾਰੇ ਬੋਲਦੇ ਅੰਮ੍ਰਿਤਪਾਲ ਸਿੰਘ ਨੇ ਭਾਰਤ ਸਰਕਾਰ ਤੇ ਸਿੱਖਾਂ ਦੇ ਅਕਸ ਨੂੰ ਵਿਗਾੜਨ ਦਾ ਦੋਸ਼ ਲਾਉਂਦਿਆਂ ਸਿੱਖ ਫੌਜੀਆਂ ਨੂੰ ਇਸ ਦਾ ਇਕੱਠੇ ਹੋ ਕੇ ਵਿਰੋਧ ਕਰਨ ਦੀ ਅਪੀਲ ਵੀ ਕੀਤੀ। ਉਧਰ ਪੰਜਾਬ ਸਰਕਾਰ ਨੇ 13 IAS ਤੇ PCS ਅਫਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ, ਤਬਾਦਲੇ ਕਰ ਦਿੱਤੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ DC ਫਿਰੋਜ਼ਪੁਰ ਵੀ ਹੈ। DC ਫਿਰੋਜ਼ਪੁਰ ਦੀ ਬਦਲੀ ਕਰ ਦਿੱਤੀ ਹੈ। ਹੁਣ ਫਿਰੋਜ਼ਪੁਰ ਜ਼ਿਲ੍ਹੇ ਦਾ ਨਵਾਂ ਡਿਪਟੀ ਕਮਿਸ਼ਨਰ ਰਾਜੇਸ਼ ਧਮਾਨ ਨੂੰ ਲਾਇਆ ਗਿਆ। ਇਨਸਾਨ ਦੇ ਵੱਲੋਂ ਆਪਣੇ ਫਾਇਦਿਆਂ ਦੇ ਲਈ ਕੁਦਰਤ ਦੇ ਨਾਲ ਜਾਣੇ ਅਣਜਾਣੇ ਦੇ ਵਿੱਚ ਕੀਤੀ ਜਾਂਦੀ ਬੇਫਾਲਤੂ ਦੀ ਛੇੜਛਾੜ ਦਾ ਖਮਿਆਜ਼ਾ ਵੀ ਇਨਸਾਨ ਨੂੰ ਹੀ ਭੁਗਤਣਾ ਪੈਂਦਾ ਹੈ ਤੇ ਕਈ ਵਾਰੀ ਵਿਆਜ ਸਮੇਤ ਭੁਗਤਣਾ ਪੈਂਦਾ ਹੈ। ਉੱਤਰਾਖੰਡ ਦਾ ਜੋਸ਼ੀ ਮੱਠ ਸ਼ਹਿਰ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਜੋਸ਼ੀ ਮੱਠ ਦੇ ਵਿੱਚ ਇਸ ਵਕਤ ਜੋ ਹਾਲਾਤ ਬਣੇ ਹੋਏ ਨੇ ਇਸੇ ਦਾ ਹੀ ਨਤੀਜਾ ਨੇ, ਇਨਸਾਨ ਦੀਆਂ ਗਲਤੀਆਂ ਦਾ ਹੀ ਨਤੀਜਾ ਦੇ ਵਿਕਾਸ ਕੰਮਾਂ ਨੂੰ ਇੱਥੇ ਕਾਰਨ ਮੰਨਿਆ ਜਾ ਰਿਹਾ ਹੈ। ਲੋਕਾਂ ਨੂੰ ਕੁਦਰਤ ਦੇ ਮੂਹਰੇ ਹੁਣ ਬੇਬਸ ਹੋ ਕੇ ਬੇਘਰ ਹੋ ਕੇ ਰਹਿਣਾ ਪੈ ਰਿਹਾ ਹੈ। ਘਰਾਂ ਨੂੰ ਆਪਣੇ ਅੱਖਾਂ ਦੇ ਮੂਹਰੇ ਢਹਿੰਦੇ ਦੇਖਣਾ ਪੈ ਰਿਹਾ ਹੈ। ਜੋਸ਼ੀਮਠ ਤੋਂ ਬਾਅਦ ਹੁਣ ਚਮੋਲੀ ਜ਼ਿਲ੍ਹੇ ਦੇ ਕਰਨ ਪ੍ਰਯਾਗ ਦੇ ਵਿੱਚ ਵੀ ਲੋਕ ਘਰਾਂ ਦੇ ਵਿੱਚ ਲਗਾਤਾਰ ਪੈ ਰਹੀਆਂ ਦਰਾੜਾਂ ਕਰਕੇ ਦਹਿਸ਼ਤ ਦੇ ਵਿੱਚ ਨੇ। ਕਰਨ ਪ੍ਰਯਾਗ ਦੇ ਵਿੱਚ 8 ਘਰਾਂ ਦੇ ਹਾਲਾਤ ਖਤਰਨਾਕ ਬਣੇ ਹੋਏ ਨੇ, ਜਿਸ ਨੂੰ ਦੇਖਦੇ ਇਹਨਾਂ ਘਰਾਂ 'ਚ ਰਹਿਣ ਵਾਲੇ 8 ਪਰਿਵਾਰਾਂ ਨੂੰ ਖਾਲੀ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ। ਕਰਨ ਪ੍ਰਯਾਗ ਦੇ ਬਹੁਗੁਣਾ ਨਗਰ ਦੇ ਰਹਿਣ ਵਾਲੇ ਹਰਿੰਦਰ ਬਿਸ਼ਟ ਨੇ ਦੱਸਿਆ ਕਿ ਉਹਨਾਂ ਨੂੰ ਪਟਵਾਰੀ ਦੇ ਵੱਲੋਂ ਘਰ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ। ਬਹੁਗੁਣਾ ਨਗਰ ਦੇ ਵਿੱਚ ਹਰਿੰਦਰ ਬਿਸ਼ਟ ਦਾ 6 ਕਮਰਿਆਂ ਦਾ ਘਰ ਹੈ, ਪਰ ਹੁਣ ਖਾਲੀ ਕਰਨਾ ਪਊਗਾ ਕਿਉਂਕਿ ਜਾਨ ਤੋਂ ਵੱਧ ਜ਼ਰੂਰੀ ਘਰ ਤਾਂ ਨਹੀਂ ਹੁੰਦਾ। ਤੇ ਉੱਤਰਾਖੰਡ ਦੇ ਜੋਸ਼ੀਮਠ ਦੇ ਵਿੱਚ ਜ਼ਮੀਨ ਧੱਸਣ ਬਾਰੇ ਇਸਰੋ ਨੇ ਜਿਹੜੇ ਸਨਸਨੀਖੇਜ਼ ਖੁਲਾਸੇ ਕਰਦਿਆਂ ਅੰਕੜੇ ਜਾਰੀ ਕੀਤੇ ਸੀ, ਉਹਨਾਂ ਅੰਕੜਿਆਂ ਨੂੰ ਮੀਡੀਆ ਤੋਂ ਚੰਗੀ ਕਵਰੇਜ ਮਿਲਣ ਤੋਂ ਬਾਅਦ ਹੁਣ NDMA ਯਾਨੀ ਕਿ ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਸਰਕਾਰੀ ਅਧਿਕਾਰੀਆਂ ਤੇ ਵਿਗਿਆਨਕ ਵਿਭਾਗਾਂ ਨੂੰ ਇਸ ਤਰ੍ਹਾਂ ਦੇ ਅੰਕੜੇ ਭਵਿੱਖ ਦੇ ਵਿੱਚ ਮੀਡੀਆ ਨਾਲ ਸਾਂਝੇ ਨਾ ਕਰਨ ਦੇ ਹੁਕਮ ਚਾੜ ਦਿੱਤੇ ਨੇ। ਆਫਿਸ ਮੈਮੋਰੈਂਡਮ ਯਾਨੀ ਕਿ OM ਦੇ ਵਿੱਚ NDMA ਨੇ ਕਿਹਾ ਕਿ ਦੇਖਿਆ ਗਿਆ ਕਿ ਵੱਖ-ਵੱਖ ਸਰਕਾਰੀ ਸੰਸਥਾਵਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਵਿੱਚ ਇਸ ਮਾਮਲੇ ਤੇ ਡੇਟਾ ਜਾਰੀ ਕਰ ਰਹੀਆਂ ਨੇ, ਮੀਡੀਆ ਦੇ ਨਾਲ ਗੱਲਬਾਤ ਵੀ ਕਰ ਰਹੀਆਂ ਨੇ। ਇਹ ਨਾ ਸਿਰਫ ਪ੍ਰਭਾਵਿਤ ਵਸਨੀਕਾਂ ਦੇ ਵਿੱਚ ਸਗੋਂ ਦੇਸ਼ ਦੇ ਨਾਗਰਿਕਾਂ ਦੇ ਵਿੱਚ ਵੀ ਭੰਬਲ ਭੂਸਾ ਪੈਦਾ ਕਰਨ ਵਾਲਾ ਹੈ, ਡਰਾਉਣ ਵਾਲਾ ਹੈ। ਇਸ ਲਈ ਭਵਿੱਖ ਵਿੱਚ ਮੀਡੀਆ ਨਾਲ ਅਜਿਹੇ ਅੰਕੜੇ ਸਾਂਝੇ ਨਾ ਕੀਤੇ ਜਾਣ। ਪੰਜਾਬ 'ਚ ਲੱਗੇ ਇੱਕ ਹੋਰ ਅਹਿਮ ਮੋਰਚੇ ਦੀ ਗੱਲ ਕਰ ਲਈਏ, ਜਿਹੜਾ ਕਿ ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ ਦੀ ਮੰਗ ਨੂੰ ਲੈ ਕੇ ਇਸ ਮੋਰਚੇ ਨੂੰ ਲਗਾਤਾਰ ਹੋਰ ਜਥੇਬੰਦੀਆਂ ਦੀ ਹਮਾਇਤ ਮਿਲ ਰਹੀ ਹੈ। ਹਵਾਰਾ ਕਮੇਟੀ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਪਿਛਲੇ ਕਈ ਦਿਨਾਂ ਤੋਂ ਇੱਥੇ ਚੱਲ ਰਿਹਾ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਕਮੇਟੀ ਦੇ ਮੈਂਬਰਾਂ ਦੇ ਨਾਲ, ਹੋਰ ਸੰਗਤਾਂ ਦੇ ਨਾਲ, ਮਹਾਪੁਰਸ਼ਾਂ ਅਤੇ ਪ੍ਰਚਾਰਕਾਂ ਦੇ ਨਾਲ, ਹਰਿਆਣਾ ਦੇ ਸਿੱਖ ਪ੍ਰਚਾਰਕਾਂ ਦੇ ਨਾਲ ਮੋਰਚੇ ਨੂੰ ਹਮਾਇਤ ਦੇਣ ਦੇ ਲਈ ਮੋਹਾਲੀ ਚੰਡੀਗੜ੍ਹ ਬਾਰਡਰ ਤੇ ਪਹੁੰਚੇ। ਇਸ ਮੋਰਚੇ ਵਿੱਚ ਪਹੁੰਚੇ ਦਾਦੂਵਾਲ ਨੇ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਹੜੇ ਮੋਰਚੇ ਵਿੱਚ ਬੈਠੀ ਸੰਗਤ ਦੇ ਲਈ ਲੰਗਰ ਪਾਣੀ ਦਾ ਪ੍ਰਬੰਧ ਕਰ ਰਹੇ ਨੇ। ਦਾਦੂਵਾਲ ਨੇ ਕਿਹਾ ਕਿ ਕਿਸੇ ਵੀ ਮੋਰਚੇ ਵੇਲੇ ਪੂਰਾ ਇਨਸਾਫ ਨਹੀਂ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਲਈ ਕਈ ਵਾਰੀ ਮੋਰਚਾ ਲੱਗਿਆ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਮੋਰਚੇ ਲੱਗੇ, ਪਰ ਕੁਝ ਕੁ ਪ੍ਰਾਪਤੀਆਂ ਹੋਈਆਂ ਨੇ। ਇਸ ਕਰਕੇ ਸਾਰਿਆਂ ਨੂੰ ਮੁੜ ਇਕੱਠੇ ਬੈਠਣਾ ਪੈ ਰਿਹਾ ਹੈ। ਦਾਦੂਵਾਲ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਤਾਂ ਰਿਹਾ ਕਰ ਦਿੱਤਾ ਗਿਆ, ਬਲਾਤਕਾਰੀਆਂ ਨੂੰ ਰਿਹਾ ਕਰ ਦਿੱਤਾ ਗਿਆ, ਸਿਰਫ ਬੰਦੀ ਸਿੰਘਾਂ ਦੇ ਨਾਲ ਇਤਰਾਜ਼ ਕਿਉਂ ਹੈ।
ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਨੇ ਉਹਨਾਂ ਦੇ ਨਾਲ ਵਿਤਕਰਾ ਕਿਉਂ? ਕਈ ਤਾਂ ਲੰਮੀਆਂ ਪੈਰੋਲਾਂ ਤੇ ਬਾਹਰ ਆ ਰਹੇ ਨੇ, ਪਰ ਬੰਦੀ ਸਿੰਘਾਂ ਦੇ ਲਈ ਭਾਰਤ ਸਰਕਾਰ ਦਾ ਕਾਨੂੰਨ ਕੁਝ ਹੋਰ ਕਿਉਂ ਹੈ? ਪੰਥ ਦੇ ਦਬਾਅ ਕਰਕੇ ਕਹਿੰਦੇ ਕਈ ਸਰਕਾਰਾਂ ਨੂੰ ਫੈਸਲੇ ਕਈ ਬਦਲਨੇ ਪਏ ਨੇ। ਜਥੇਦਾਰ ਨੇ ਕਿਹਾ ਕਿ ਇਸ ਮੋਰਚੇ ਨੂੰ ਅਸੀਂ ਸਮਰਥਨ ਦੇਣ ਪਹੁੰਚੇ ਹਾਂ ਤੇ ਵੱਡੀ ਗਿਣਤੀ ਵਿੱਚ ਸਾਰੇ ਲੋਕਾਂ ਨੂੰ ਲਗਾਤਾਰ ਇਸ ਮੋਰਚੇ ਨਾਲ ਡਟਣਾ ਚਾਹੀਦਾ ਹੈ। ਨਾਲ ਹੀ ਦਾਦੂਵਾਲ ਨੇ ਛੇਤੀ ਤੋਂ ਛੇਤੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਬੇਅਦਬੀ ਦਾ ਇਨਸਾਫ ਮਿਲਣ ਦੇ ਲਈ ਅਰਦਾਸ ਵੀ ਕੀਤੀ। ਦਾਦੂਵਾਲ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਸ ਦਿਨ ਸੰਗਤਾਂ ਸਿੱਧੀਆਂ ਇਸ ਮੋਰਚੇ ਵੱਲ ਨੂੰ ਹੋ ਤੁਰੀਆਂ ਉਦੋਂ ਚੰਡੀਗੜ੍ਹ ਮੋਹਾਲੀ ਟਰੈਕਟਰਾਂ ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਦੇ ਨਾਲ ਜਾਮ ਹੋ ਜਾਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਬਾਪੂ ਸੂਰਤ ਸਿੰਘ ਵੀ ਇਸ ਮੋਰਚੇ ਦੇ ਵਿੱਚ ਪਹੁੰਚਣਗੇ। ਇਹ ਵੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਹਾਂ ਕਿ ਬਾਪੂ ਸੂਰਤ ਸਿੰਘ ਜਿਹੜੇ ਪਿਛਲੇ ਕਈ ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਤੇ ਨੇ, ਉਹਨਾਂ ਨੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ। ਅਗਰ ਲੰਬਾ ਸਮਾਂ ਪਾਇਆ ਤੇ ਸਰਕਾਰ ਵੇਖੇਗੀ ਕਿ ਕਿਸ ਤਰ੍ਹਾਂ ਕੁੰਡਲੀ ਬਾਰਡਰ ਤੇ ਸਿੰਘੂ ਬਾਰਡਰ ਤੇ ਜਿਵੇਂ ਟਰਾਲੀਆਂ ਲੱਗ ਗਈਆਂ ਸਨ, ਪੱਕੇ ਤੌਰ ਤੇ ਲੰਬੀਆਂ ਕਿਲੋਮੀਟਰਾਂ ਦੀਆਂ ਲਾਈਨਾਂ ਆ ਚੰਡੀਗੜ੍ਹ ਤੇ ਮੁਹਾਲੀ ਜਾਮ ਹੋ ਜਾਵੇਗਾ। ਜਿਸ ਦਿਨ ਵਿਸ਼ੇਸ਼ ਤੌਰ ਤੇ ਸੰਗਤਾਂ ਇਧਰ ਨੂੰ ਵਹੀਰਾਂ ਘੱਤ ਦਿੱਤੀਆਂ। ਔਰ ਮੈਂ ਬੇਨਤੀ ਕਰਦਾ ਸੰਤ ਮਹਾਪੁਰਸ਼ ਆ ਪੰਜਾਬ ਦੀ ਧਰਤੀ ਹਰਿਆਣੇ ਦੀ ਧਰਤੀ ਤੋਂ ਆਏ ਆ, ਔਰ ਮੈਂ ਬੇਨਤੀ ਕਰੂੰਗਾ ਕਿ ਪਿੰਡਾਂ 'ਚੋਂ ਸੰਗਤਾਂ ਦਿਨ ਦੇ ਸਮੇਂ ਹਾਜ਼ਰੀਆਂ, ਰਾਤ ਨੂੰ ਸ਼ਾਮ ਨੂੰ ਨੌਕਰੀਆਂ ਡਿਊਟੀਆਂ ਤੋਂ ਵਿਹਲੇ ਹੋ ਕੇ ਆ ਚੰਡੀਗੜ੍ਹ ਦੀਆਂ ਸਿੱਖ ਸੰਗਤਾਂ, ਮੁਹਾਲੀ ਦੀਆਂ ਸੰਗਤਾਂ ਇੱਥੇ ਪੁੱਜੋ। ਰਾਤ ਦੇ ਦੀਵਾਨ ਸੱਜਣ, ਦਿਨ ਦੇ ਦੀਵਾਨ ਸੱਜਣ। ਸਰਕਾਰ ਨੂੰ ਪਤਾ ਲੱਗੇ ਕਿ ਅੱਜ ਇਹ ਹਜ਼ਾਰਾਂ ਬੈਠੇ ਆ, ਕੱਲ ਨੂੰ ਇਹ ਲੱਖਾਂ 'ਚ ਤਬਦੀਲ ਹੋਣਗੇ, ਤਾਂ ਪੰਜਾਬ ਸਰਕਾਰ ਦੇ, ਕੇਂਦਰ ਸਰਕਾਰ ਦੇ ਕੰਨ ਤੇ ਜੂੰ ਸਰਕੇਗੀ। ਚੰਡੀਗੜ੍ਹ ਬਾਰਡਰ ਤੇ ਲੱਗੇ ਸਿੰਘਾਂ ਦੇ ਇਸ ਮੋਰਚੇ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਵੀ ਸਮਰਥਨ ਦੇਣ ਦੇ ਲਈ ਪਹੁੰਚ ਰਹੇ ਨੇ। ਜਾਣਕਾਰੀ ਦੇ ਮੁਤਾਬਿਕ 16 ਜਨਵਰੀ ਨੂੰ ਅੰਮ੍ਰਿਤਪਾਲ ਸਿੰਘ ਮਾਗੀ ਦਾ ਮੇਲਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਲੱਗਿਆ ਹੋਇਆ, ਉਸ ਤੋਂ ਬਾਅਦ ਸਿੱਧਾ ਇੱਥੇ ਪਹੁੰਚਣਗੇ। ਉਹਨਾਂ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਵਕਤ ਉਹ ਮਾਗੀ ਮੌਕੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਹੋਏ ਨੇ। ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੁਕਤਸਰ ਸਾਹਿਬ ਦੇ ਪੜਾਅ ਤੋਂ ਬਾਅਦ ਉਹ ਮੋਹਾਲੀ ਵਿੱਚ ਲੱਗੇ ਮੋਰਚੇ ਵਿੱਚ ਸ਼ਮੂਲੀਅਤ ਕਰਨਗੇ। ਕਹਿੰਦੇ ਅਸੀਂ ਇਸ ਵਹੀਰ ਨੂੰ ਹੁਣ ਬੰਦੀ ਛੋੜ ਖਾਲਸਾ ਵਹੀਰ ਦਾ ਨਾਮ ਦਿੱਤਾ ਹੈ ਤੇ ਉਹਨਾਂ ਨੇ ਹੋਰ ਲੋਕਾਂ ਨੂੰ ਵੀ ਇਸ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਕਿਉਂਕਿ ਜੇ ਆਪਾਂ ਕਹਾਂਗੇ ਕਿ ਅਸੀਂ ਇੱਥੇ ਮੰਗਾ ਲੈ ਕੇ ਬੈਠੇ, ਅਸੀਂ ਇੱਥੇ ਮੰਗਾ ਲੈ ਕੇ ਨਹੀਂ ਬੈਠੇ, ਕਿਉਂਕਿ ਮੰਗਾ ਲੈ ਕੇ ਬੈਠਣਾ ਅਸੀਂ ਇੱਕ ਸਰਕਾਰ ਦੇ ਭਿਖਾਰੀ ਬਣ ਕੇ ਬੈਠਣ ਵਾਲੀ ਗੱਲ ਆ। ਪਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇੱਕ ਗੱਲ ਕਹੀ ਸੀ ਕਿ ਜਦੋਂ ਤੁਸੀਂ ਇਨਸਾਫ ਨਹੀਂ ਦਿਓਗੇ ਤੇ ਸਾਨੂੰ ਇਨਸਾਫ ਲੈਣਾ ਆਉਂਦਾ ਹੈ। ਸੋ ਅਸੀਂ ਹੱਕ ਲੈਣ ਲਈ ਬੈਠੇ ਹਾਂ ਤੇ ਜਿਹੜੀ ਚੀਜ਼ ਫਿਰ ਹੱਕ ਜਦੋਂ ਅਸੀਂ ਲੈਣ ਲਈ ਬਹਿ ਗਏ ਤੇ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਇਹ ਹੱਕ ਲੈ ਕੇ ਹੀ ਮੁੜਾਂਗੇ। ਤੇ ਇੱਥੇ ਬਹੁਤ ਚੜ੍ਹਦੀ ਕਲਾ ਵਾਲੇ ਇੱਕ ਬੰਬੇ ਤੋਂ ਸਿੰਘ ਆਇਆ ਹੈ ਕੱਲ, ਤੇ ਮੇਰੀ ਆਪਣੇ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਚੜ੍ਹ ਕੇ ਆਪਾਂ ਇੱਥੇ ਇਸ ਮੋਰਚੇ ਦੇ ਵਿੱਚ ਹਿੱਸਾ ਪਾਈਏ, ਕਿਉਂਕਿ ਇਹ ਮੋਰਚਾ ਹੁਣ ਪਿੱਛੇ ਨੂੰ ਪੈਰ ਨਾ ਪੁੱਟੇ, ਅੱਗੇ ਨੂੰ ਵਧੇ। ਜਿਵੇਂ ਕਿਸੇ ਵੇਲੇ ਧਰਮ ਯੁੱਧ ਮੋਰਚਾ ਲੱਗਾ ਸੀ, ਜਦੋਂ ਗੁਰੂ ਪਾਤਸ਼ਾਹ ਦਾ ਨਰਾਦਰ ਹੋਇਆ ਹੈ 1978 ਦੇ ਵਿੱਚ ਨਰਾਦਰ ਹੋਇਆ, ਉਦੋਂ ਧਰਮ ਯੁੱਧ ਮੋਰਚਾ ਲੱਗਿਆ, ਉਹ ਅੱਗੇ ਨੂੰ ਵਧਿਆ, ਪਿੱਛੇ ਨਹੀਂ ਉਹਨੇ ਪੈਰ ਪੁੱਟਿਆ। ਹੁਣ ਬਰਗਾੜੀ 2015 ਤੋਂ ਲੈ ਕੇ ਲਗਾਤਾਰ ਬੇਅਦਬੀਆਂ ਹੋ ਰਹੀਆਂ, ਕੋਈ ਇੱਥੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਅਸੀਂ ਆਪਣੇ ਉਹ ਹੱਕ ਲੈਣ ਦੀ ਖਾਤਰ ਇਸ ਮੋਰਚੇ ਦੇ ਵਿੱਚ ਡਟੇ ਬੈਠੇ ਆ। ਸੋ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਕਿਉਂਕਿ ਇੱਥੇ ਬੜੇ ਇੱਕ ਕੱਲ ਮੈਨੂੰ ਐਂਕਰ ਨੇ ਪੁੱਛ ਲਿਆ ਕਿ ਬੜੀ ਥੋੜੀ ਗਿਣਤੀ ਦਿਖਦੀ, ਇੱਥੇ ਨੌਜਵਾਨ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਨਹੀਂ ਹੈਗੇ। ਤਾਂ ਆਪਾਂ ਸਮਝ ਲਈਏ ਕਿ ਜਿਹੜੇ ਨੌਜਵਾਨ ਭਾਵੇਂ ਜਿੰਨੀ ਮਰਜ਼ੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਹੈਗੇ ਆ ਉਹ ਜ਼ਮੀਰਾਂ ਜਾਗਦੀਆਂ ਵਾਲੇ, ਗੁਰੂ ਪਾਤਸ਼ਾਹ ਨੇ ਕਿਹਾ ਕਿ 1.25 ਲੱਖ ਸੇ ਇੱਕ ਲੜਾਊਂ। ਇੱਥੇ ਜਿਹੜੇ ਹੈਗੇ ਆ ਇਕੱਲੇ ਉਹਨੂੰ ਅਸੀਂ 1.25 ਲੱਖ ਦੀ ਫੌਜ ਗਿਣਦੇ ਆ, ਇਕੱਲੇ ਨੌਜਵਾਨ ਜਿੰਨੇ ਕਿ ਇੱਥੇ ਬੈਠੇ ਆ। ਤੇ ਹਕੂਮਤ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਇੱਥੇ ਜਿਹੜੇ ਆ ਗਏ ਆ ਉਹ ਸ਼ਸਤਰਧਾਰੀ ਹੋ ਕੇ ਆਉਂਦੇ ਆ, ਕਿਉਂਕਿ ਗੁਰੂ ਸਾਹਿਬ ਦਾ ਪ੍ਰਕਾਸ਼ ਹੈ। ਗੁਰੂ ਸਾਹਿਬ ਨੇ ਕਿਹਾ ਕਿ ਜੇ ਦਰਸ਼ਨ ਕਰਨ ਆਉਣਾ ਸ਼ਸਤਰਧਾਰੀ ਹੋ ਕੇ ਆਈਏ ਤੇ ਸੀਸ ਤਲੀ ਤੇ ਰੱਖ ਕੇ ਆਈਏ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਉਹ ਸਿਧਾਂਤ ਨੂੰ ਲੈ ਕੇ ਸਾਰੇ ਇਸ ਮੋਰਚੇ ਤੇ ਇਕੱਠੇ ਹੋਈਏ। ਸੋ ਭਾਈ ਅਮਰਤਪਾਲ ਸਿੰਘ ਹੁਣੀ ਜਿਹੜੇ ਉਹ ਵੀ ਇੱਥੇ ਆ ਰਹੇ ਆ ਮਾਗੀ, ਹੁਣ ਮੁਕਤਸਰ ਮਾਗੀ ਉੱਥੇ ਗਏ ਸੀ ਪਰਸੋਂ ਤੱਕ, ਉਹਨਾਂ ਦੇ ਵੀ ਇੱਥੇ ਜਿਹੜੀ ਇੱਕ ਬੰਦੀ ਛੋੜ ਖਾਲਸਾ ਵਹੀਰ ਚਲਾਈ ਆ, ਹੁਣ ਉਹ ਖਾਲਸਾ ਵਹੀਰ ਇੱਥੇ ਪਹੁੰਚੂਗੀ। ਸੋ ਸਾਰੇ ਨੌਜਵਾਨ ਹੌਲੀ ਹੌਲੀ ਇਹ ਜਿਹੜਾ ਮੋਰਚਾ ਹੈ ਵੱਧਦਾ ਹੀ ਜਾ ਰਿਹਾ, ਭਖ ਰਿਹਾ, ਅੱਗੇ ਨੂੰ ਵੱਧ ਰਿਹਾ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਦਿਆਰਥੀਆਂ ਦੇ ਲਈ, ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਲਈ ਇੱਕ ਨਵਾਂ ਐਲਾਨ ਕੀਤਾ ਹੈ ਕਿ ਵਰਦੀਆਂ ਤੋਂ ਬਾਅਦ ਹੁਣ ਬੱਚਿਆਂ ਨੂੰ ਕਿਤਾਬਾਂ ਵੀ ਮੁਫਤ ਦਿੱਤੀਆਂ ਜਾਣਗੀਆਂ। ਇੱਕ ਪੋਸਟਰ ਸਾਂਝਾ ਕਰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਕਿਤਾਬਾਂ ਖਰੀਦਣ ਦੇ ਲਈ 16 ਕਰੋੜ 32 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਨੇ। ਇਹ ਵੀ ਦੱਸਿਆ ਕਿ ਸਕੂਲਾਂ ਦੇ ਵਿੱਚ ਪੰਜਾਬ ਦੇ ਇਤਿਹਾਸ, ਸੱਭਿਆਚਾਰਕ, ਭੂਗੋਲ ਤੇ ਪੰਜਾਬੀ ਮਾਂ ਬੋਲੀ ਨੂੰ ਪੜ੍ਹਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਸੋ ਆਖਿਰਕਾਰ ਬੱਚਿਆਂ ਨੂੰ ਕਿਤਾਬਾਂ ਨੇ ਜਿਹੜੀਆਂ ਉਹ ਮੁਫਤ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਪਰ ਇਹ ਵੀ ਖਬਰ ਹੈ, ਅਸੀਂ ਲਗਾਤਾਰ ਬੁਲੇਟਿਨ ਦੇ ਵਿੱਚ ਦੱਸਦੇ ਰਹੇ ਹਾਂ ਕਿ ਵਿਦਿਆਰਥੀਆਂ ਨੂੰ ਹਾਲੇ ਤੱਕ ਵਰਦੀਆਂ ਨਹੀਂ ਮਿਲੀਆਂ।
ਪਿਛਲੇ ਸਮੇਂ ਤੱਕ ਵਿਦਿਆਰਥੀਆਂ ਨੂੰ ਵਰਦੀਆਂ ਨਹੀਂ ਮਿਲੀਆਂ ਸਨ, ਜਦਕਿ ਸੈਸ਼ਨ ਖਤਮ ਹੋਣ ਵਾਲਾ ਸੀ ਅਤੇ ਕਿਤਾਬਾਂ ਮਿਲਣੀਆਂ ਤਾਂ ਦੂਰ ਦੀ ਗੱਲ, ਸੋ ਕਿਤਾਬਾਂ ਵੀ ਹੁਣ ਜਾਰੀ ਕਰ ਦਿੱਤੀਆਂ ਜਾਣਗੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰਾਲੀ ਦੇ ਇੱਕ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਮਰੀਜ਼ਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਹਾਲ ਚਾਲ ਜਾਣਿਆ ਤੇ ਹਸਪਤਾਲ ਦੇ ਪ੍ਰਬੰਧਾਂ ਨੂੰ ਦੇਖਿਆ, ਪਰ ਕਹਿੰਦੇ ਮੈਂ ਕੋਈ ਛਾਪਾ ਮਾਰਨ ਜਾਂ ਫਿਰ ਨੁਕਸ ਕੱਢਣ ਦੇ ਲਈ ਨਹੀਂ ਆਇਆ, ਬਲਕਿ ਪੰਜਾਬ ਦਾ ਮੁਖੀ ਹੋਣ ਦੇ ਨਾਤੇ ਮੈਂ ਸਥਿਤੀ ਦਾ ਜਾਇਜ਼ਾ ਲਿਆ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਹ ਜ਼ਰੂਰ ਦੱਸਿਆ ਕਿ ਕੁਰਾਲੀ ਦਾ ਇੱਕ ਕਮਿਊਨਿਟੀ ਸੈਂਟਰ ਕਾਫੀ ਪੁਰਾਣਾ ਹੋ ਗਿਆ, ਅਪਡੇਟ ਹੋਣ ਵਾਲਾ ਹੈ, ਬਿਲਡਿੰਗ ਕਾਫੀ ਪੁਰਾਣੀ ਹੋ ਗਈ ਹੈ। ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਪੰਜਾਬ ਸਿਹਤਮੰਦ ਹੋਵੇਗਾ। ਉਹਨਾਂ ਨੇ ਮੁਹੱਲਾ ਕਲੀਨਿਕਾਂ ਦੀ ਤਾਰੀਫ ਕਰਦਿਆਂ ਕਿਹਾ ਕਿ 3 ਕਰੋੜ ਪੰਜਾਬੀਆਂ ਨੂੰ ਉਹਨਾਂ ਦੇ ਆਲੇ ਦੁਆਲੇ, ਘਰਾਂ ਦੇ ਆਲੇ ਦੁਆਲੇ ਹੀ ਇਲਾਜ ਮਿਲਿਆ ਕਰੂਗਾ। ਦਾਅਵਾ ਕੀਤਾ ਮੁੱਖ ਮੰਤਰੀ ਨੇ ਕਿ 95% ਮਰੀਜ਼ ਮੁਹੱਲਾ ਕਲੀਨਿਕਾਂ ਦੀਆਂ ਦਵਾਈਆਂ ਨਾਲ ਠੀਕ ਹੋ ਰਹੇ ਨੇ। ਕਲੀਨਿਕਾਂ ਦੇ ਨਾਲ ਵੱਡੇ ਹਸਪਤਾਲਾਂ ਦਾ ਬੋਝ ਵੀ ਘਟਿਆ ਹੈ। ਇਸ ਦੇ ਨਾਲ ਹੀ ਇੱਕ ਜਿਹੜੀ ਜਾਣਕਾਰੀ ਕੇਂਦਰ ਸਰਕਾਰ ਦੇ ਵੱਲੋਂ ਨਸ਼ਰ ਹੋਈ ਹੈ ਇੱਕ ਦਿਨ ਪਹਿਲਾਂ, ਉਹਦੇ ਵਿੱਚ ਵੀ ਇੱਕ ਕੌੜੀ ਸੱਚਾਈ ਹੈ ਕਿ ਪੰਜਾਬ ਸਣੇ ਪੂਰੇ ਦੇਸ਼ ਦੇ ਹਰ ਸੂਬੇ ਦੇ ਵਿੱਚ ਪੇਂਡੂ ਸਿਹਤ ਸਹੂਲਤਾਂ ਦੇ ਵਿੱਚ ਵੱਡੀਆਂ ਕਮੀਆਂ ਨੇ। ਪੇਂਡੂ ਸਿਹਤ ਸਹੂਲਤਾਂ ਗੰਭੀਰ ਨਾਜ਼ੁਕ ਹਾਲਾਤਾਂ ਦੇ ਵਿੱਚ ਚੱਲ ਰਹੀਆਂ ਨੇ ਕਿਉਂਕਿ 80% ਦੀ ਥਾਵਾਂ ਤੇ ਡਾਕਟਰ ਹੀ ਨਹੀਂ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਹਸਪਤਾਲ ਦਾ ਕਾਇਆ ਪਲਟ ਕਰਾਂਗੇ। ਨੀਵੀਂ ਥਾਂ ਤੇ ਪਾਣੀ ਖੜ ਜਾਂਦਾ, ਥੋੜੀ ਜਿਹੀ ਬਾਰਿਸ਼ ਹੋਵੇ ਪਾਣੀ ਖੜ ਜਾਂਦਾ ਤੇ ਜਿਹੜੀਆਂ ਬਿਲਡਿੰਗ ਕੰਧਾਂ ਵਗੈਰਾ ਨੇ ਸਾਰੀਆਂ ਸਿੱਲ ਨਾਲ ਜਿਹੜੀਆਂ ਭਰੀਆਂ ਪਈਆਂ ਨੇ। ਸੋ ਪਹਿਲਾਂ ਵਾਲੀਆਂ ਸਰਕਾਰਾਂ ਨੇ ਬਿਲਕੁਲ ਵੀ ਇੱਧਰ ਧਿਆਨ ਨਹੀਂ ਦਿੱਤਾ ਤੇ ਸ਼ਾਇਦ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਕੁਰਾਲੀ 'ਚ ਕੋਈ ਹਸਪੀਟਲ ਜਾਂ ਕਮਿਊਨਿਟੀ ਸੈਂਟਰ ਨਾਮ ਦੀ ਕੋਈ ਚੀਜ਼ ਹੈਗੀ ਹੈ। ਸੋ ਅਸੀਂ ਮਾਈਕਰੋ ਲੈਵਲ ਤੇ ਜਾ ਕੇ ਛੋਟੇ ਤੋਂ ਛੋਟਾ ਜਿਹੜਾ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਤੇ ਰਜਿੰਦਰਾ ਹਸਪੀਟਲ ਜਾਂ ਫਿਰ ਮੈਡੀਕਲ ਕਾਲਜਸ ਪਰ ਸਾਡਾ ਧਿਆਨ ਹੈ। ਸੋ ਅਸੀਂ ਪੰਜਾਬੀ ਜਿਹੜੀ ਸਾਡਾ ਪੰਜਾਬ ਹੈ ਜਿਹੜਾ ਉਹ ਸਿਹਤਮੰਦ ਪੰਜਾਬ ਦੇ ਤੌਰ ਤੇ ਜਾਣਿਆ ਜਾਂਦਾ ਸੀ ਜੀ। ਉਹ ਕੁਸ਼ਤੀਆਂ ਵਾਸਤੇ, ਉਹ ਫੌਜ 'ਚ ਭਰਤੀਆਂ ਵਾਸਤੇ, ਸਾਡਾ ਪੰਜਾਬ ਜਿਹੜਾ ਉਹ ਗਿੱਧੇ ਭੰਗੜਿਆਂ ਵਾਸਤੇ ਤੇ ਦਮਾਮੇ ਮਾਰਦੇ ਲੋਕਾਂ ਵਾਸਤੇ ਜਾਣਿਆ ਜਾਂਦਾ। ਸੋ ਉਹਨੂੰ ਅਸੀਂ ਉੱਥੇ ਵਾਪਸ ਲੈ ਕੇ ਆਉਣਾ। ਰੰਗਲਾ ਪੰਜਾਬ ਤਾਂ ਬਣੂਗਾ ਜੇ ਪਹਿਲਾਂ ਪੰਜਾਬ ਸਿਹਤਮੰਦ ਹੋਊਗਾ, ਬਾਕੀ ਦੇ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਖਬਰ ਹੈ ਜਿੱਥੇ ਜਗਰਾਓਂ ਕਸਬੇ ਦੇ ਥਾਣਾ ਸਦਰ ਵਿੱਚ ਪਾਵਰਕਾਮ ਦੇ ਕੈਸ਼ੀਅਰ ਤੇ ਮਹਿਲਾ ਕਲਰਕ ਨੂੰ ਅਦਾਲਤ ਨੇ 3-3 ਸਾਲ ਦੀ ਕੈਦ ਅਤੇ 6000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਵਾਂ ਖਿਲਾਫ 10 ਸਾਲ ਪਹਿਲਾਂ 14 ਦਸੰਬਰ 2013 ਦੇ ਵਿੱਚ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹਨਾਂ ਖਿਲਾਫ ਦੋਸ਼ ਹੈ ਕਿ ਪਾਵਰਕਾਮ ਦੇ ਦਫ਼ਤਰ ਦੇ ਵਿੱਚ ਲੋਕ ਬਿੱਲ ਜਮ੍ਹਾਂ ਕਰਵਾਉਣ ਲਈ ਆਉਂਦੇ ਸੀ। ਜੂਨ 2012 ਤੋਂ ਅਗਸਤ 2013 ਤੱਕ ਮੁਲਜ਼ਮ ਲੋਕਾਂ ਤੋਂ ਪੈਸੇ ਲਾ ਕੇ ਜਾਲੀ ਰਸੀਦਾਂ ਦੇ ਦਿੰਦੇ ਸੀ। ਜਦੋਂ ਵਿਭਾਗ ਦਾ ਆਡਿਟ ਕੀਤਾ ਗਿਆ ਤਾਂ 6,01,181 ਰੁਪਏ ਦਾ ਘੁਟਾਲਾ ਪਾਇਆ ਗਿਆ, ਜਿਸ ਵਿੱਚ ਕੈਸ਼ੀਅਰ ਆਤਮਜੀਤ ਅਤੇ ਮਹਿਲਾ ਕਲਰਕ ਕਰਮਜੀਤ ਦੇ ਨਾਮ ਸਾਹਮਣੇ ਆਏ। ਵਿਭਾਗ ਨੇ ਮੁਲਜ਼ਮਾਂ ਖਿਲਾਫ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਸੀ। ਪੜਤਾਲ ਹੋਣ ਤੋਂ ਬਾਅਦ ਇਹਨਾਂ ਨੂੰ ਦੋਸ਼ੀ ਐਲਾਨ ਕਰਦਿਆਂ ਸਜ਼ਾ ਸੁਣਾਈ ਗਈ ਹੈ। ਸ਼ਿਵਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਫਰਾਰੀ ਮਾਮਲੇ ਦੇ ਨਾਲ ਜੁੜੀ ਇੱਕ ਵੱਡੀ ਖਬਰ ਹੈ। ਬਰਖਾਸਤ ਏਐਸਆਈ ਪ੍ਰਿਤਪਾਲ ਸਿੰਘ ਨੇ ਵੱਡੇ ਖੁਲਾਸੇ ਕਰਦਿਆਂ ਹੁਣ ਵੱਡੇ ਅਫਸਰਾਂ ਤੇ ਗੰਭੀਰ ਇਲਜ਼ਾਮ ਲਾ ਦਿੱਤੇ ਨੇ। ਕਈ ਹੋਰ ਪੁਲਿਸ ਅਫਸਰਾਂ ਦੀ ਭੂਮਿਕਾ ਤੇ ਸਵਾਲ ਚੁੱਕੇ ਨੇ। ਪ੍ਰਿਤਪਾਲ ਨੇ ਕਿਹਾ ਕਿ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ, ਮੈਂ ਸਾਜ਼ਿਸ਼ ਕਰਤਾ ਨਹੀਂ, ਮੈਂ ਪੀੜਤ ਹਾਂ। ਪ੍ਰਿਤਪਾਲ ਦੇ ਵੱਲੋਂ ਕੋਰਟ ਦੇ ਵਿੱਚ ਸੌਂਪੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ। ਹੋਰ ਵੇਰਵੇ ਆਉਣ ਦੀ ਉਡੀਕ ਹੈ। ਅਗਲੀ ਖਬਰ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਮਿਲੇ 200 ਦੇ ਕਰੀਬ ਹੱਥ ਲਿਖਤ ਪੁਰਾਣੇ ਪਾਵਨ ਸਰੂਪਾਂ ਦੇ ਨਾਲ ਜੁੜੀ ਹੋਈ ਹੈ, ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਦੇ ਉੱਤੇ ਪਾਕਿਸਤਾਨ ਸਰਕਾਰ ਨੇ ਰੋਕ ਲਾ ਦਿੱਤੀ ਹੈ। ਪਾਕਿਸਤਾਨ ਸਰਕਾਰ ਦੀ ਇਸ ਕਾਰਵਾਈ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵਿਰੋਧ ਕੀਤਾ ਹੈ। ਇਤਰਾਜ਼ ਜਤਾਉਂਦਿਆਂ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਦਿੱਲੀ ਕਮੇਟੀ ਨੂੰ ਇਹਨਾਂ ਪੁਰਾਣੇ ਸਰੂਪਾਂ ਦੀ ਸੇਵਾ ਮਿਲਣੀ ਸੀ, ਪਰ ਇਹਨਾਂ ਸਰੂਪਾਂ ਨੂੰ ਭਾਰਤ ਲਿਆਉਣ ਦੀਆਂ ਜੋ ਤਿਆਰੀਆਂ ਵਿੱਢੀਆਂ ਜਾ ਰਹੀਆਂ ਸੀ ਉਸ ਤੇ ਸਰਨਾ ਭਰਾਵਾਂ ਨੇ ਰੋਕ ਲਗਵਾਈ ਹੈ। ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਹਮੇਸ਼ਾ ਪਾਕਿਸਤਾਨ ਦੇ ਨਾਲ ਆਪਣੇ ਸੰਬੰਧ ਬਣਾ ਕੇ ਰੱਖੇ, ਮੈਂ ਜਿਨ੍ਹਾਂ ਦੀ ਗੱਲ ਕਰ ਰਿਹਾ ਤੁਸੀਂ ਸਭ ਨੂੰ ਜਾਣਦੇ ਹੋ ਕਿ ਸਰਦਾਰ ਪਰਮਜੀਤ ਸਿੰਘ ਸਰਨਾ, ਸਰਦਾਰ ਹਰਵਿੰਦਰ ਸਿੰਘ ਸਰਨਾ ਅੱਜ ਪਾਕਿਸਤਾਨ ਸਰਕਾਰ ਤੇ ਦਬਾਅ ਪਾ ਕੇ ਦਿੱਲੀ ਦੀ ਸੰਗਤ ਨੂੰ ਇਸ ਸੇਵਾ ਤੋਂ ਉਹਨਾਂ ਨੇ ਪਿੱਛੇ ਕੀਤਾ। ਮੈਂ ਸਮਝਦਾ ਕਿ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਦਾ ਹਸਪਤਾਲ ਰੋਕਣ ਵਿੱਚ, ਜਿੱਥੇ ਗੁਰੂ ਬੰਗਲਾ ਸਾਹਿਬ ਗੁਰਦੁਆਰੇ ਦੀ ਪਾਰਕਿੰਗ ਬਣਾਉਣ ਦੇ ਵਿੱਚ ਜੋ ਇਹ ਕੰਮ ਇਹਨਾਂ ਨੇ ਪਿੱਛੇ ਕੀਤੇ ਨੇ, ਗੁਰੂ ਘਰਾਂ ਦੇ ਕੰਮ ਰੋਕੇ ਨੇ, ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਰੋਕਤੀ ਗਈ ਕਿਉਂਕਿ ਅੱਜ ਕੱਲ ਇਹਨਾਂ ਦੀ ਸਾਠਗਾਂਠ ਉਹਨਾਂ ਦੇ ਨਾਲ ਹੈ ਜਿਨ੍ਹਾਂ ਨੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਰਾਜਨੀਤਿਕ ਦੀ ਤੌਰ ਦੇ ਉੱਤੇ ਵਰਤਿਆ। ਸਾਧ ਸੰਗਤ ਜੀ, ਇਹ ਉਹ ਪਾਵਨ ਸਰੂਪ ਸੀ ਜਿਹੜੇ ਸਾਡੇ ਵੱਡੇ ਵਡੇਰੇ ਜਿਨ੍ਹਾਂ ਦੀ ਸੇਵਾਵਾਂ ਕਰਦੇ ਸੀ ਔਰ ਉਹਨਾਂ ਤੋਂ ਅੱਜ ਵਿਛੜ ਗਏ ਸੀ। ਉਹ ਸਰੂਪ ਦਿੱਲੀ ਦੇ ਵਿੱਚ ਲਿਆਏ ਜਾਣੇ ਸੀ ਔਰ ਉਹਨਾਂ ਦੀ ਸੇਵਾ ਦਾ ਮੌਕਾ ਸਾਨੂੰ ਮਿਲਿਆ। ਮਗਰ ਕੱਲ ਸ਼ਾਮ ਨੂੰ ਜਿਸ ਤਰੀਕੇ ਦੇ ਨਾਲ ਉੱਥੋਂ ਮੇਲ ਆਈ ਔਰ ਕਹਿ ਦਿੱਤਾ ਗਿਆ ਕਿ ਇਹਨੂੰ ਅੱਗੇ ਹਲੇ ਪੋਸਟਪੋਨ ਕੀਤਾ ਜਾ ਰਿਹਾ,
ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਜਿੱਥੇ ਪ੍ਰੋਗਰਾਮ ਨੂੰ ਰੋਕਿਆ ਜਾ ਰਿਹਾ ਉੱਥੇ ਇਸ ਪ੍ਰੋਗਰਾਮ ਨੂੰ ਖਰਾਬ ਕਰਨ ਲਈ ਪੁਰਜ਼ੋਰ ਕੋਸ਼ਿਸ਼ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਜਿਹੜੇ ਲੋਕ ਹਮੇਸ਼ਾ ਪਾਕਿਸਤਾਨ ਦੇ ਨਾਲ ਆਪਣੇ ਸੰਬੰਧ ਬਣਾਈ ਰੱਖੇ ਹੈ। ਦੂਸਰੇ ਪਾਸੇ ਸਿੱਖ ਚਿੰਤਕਾਂ ਨੇ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਨੂੰ ਦਰੁਸਤ ਦੱਸਿਆ ਤੇ ਕਿਹਾ ਕਿ ਜੇ ਪੁਰਾਤਨ ਸਰੂਪ ਭਾਰਤ ਆ ਜਾਂਦੇ ਤਾਂ ਦਿੱਲੀ ਕਮੇਟੀ ਨੇ ਇਹਨਾਂ ਨੂੰ ਅਗਨ ਭੇਂਟ ਕਰ ਦੇਣਾ ਸੀ, ਇਹਨਾਂ ਦੀ ਸਾਂਭ ਸੰਭਾਲ ਨਹੀਂ ਕਰਨੀ ਸੀ। ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ 'ਚ ਦਖਲ ਦੇ ਕੇ ਆਪਣੀ ਰਹਿਨੁਮਾਈ ਹੇਠ ਹੱਥ ਲਿਖਤ ਸਰੂਪਾਂ ਨੂੰ ਭਾਰਤ ਲਿਆਉਣਾ ਚਾਹੀਦਾ ਹੈ, ਨਹੀਂ ਤਾਂ ਉਹਨਾਂ ਚਿਰ ਪਾਕਿਸਤਾਨ ਦੇ ਵਿੱਚ ਹੀ ਸਰੂਪ ਰਹਿਣੇ ਚਾਹੀਦੇ ਨੇ। ਸਿਆਸਤਾਂ ਜਿਹੜੀਆਂ ਇਹ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਮਹਾਰਾਜ ਦੀ ਜਿਹੜੀ ਇਹ ਵਿਰਾਸਤ ਆ ਇਹਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋ ਸਕਦਾ। ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਅੱਜ ਉਹਨਾਂ ਨੇ ਦੋਸ਼ ਲਾਤੇ ਆ ਸਰਨਾ ਭਰਾਵਾਂ ਦੇ ਉੱਤੇ, ਮੈਂ ਕਹਿੰਦਾ ਵੀ ਜੇ ਸਰਦਾਰ ਪਰਮਜੀਤ ਸਿੰਘ ਸਰਨਾ ਜਾਂ ਉਹਨਾਂ ਦੇ ਭਰਾ ਜਿਹੜੇ ਹਰਵਿੰਦਰ ਸਿੰਘ ਸਰਨਾ, ਜੇ ਉਹਨਾਂ ਨੇ ਅੱਜ ਪਾਕਿਸਤਾਨ ਦੀ ਕਮੇਟੀ ਦੇ ਨਾਲ ਜਾਂ ਕੋਈ ਜਿਵੇਂ ਇਹ ਕਹਿ ਰਹੇ ਆ ਗੱਲਬਾਤ ਕਰਕੇ ਰੁਕਵਾਏ ਵੀ ਆ, ਤੇ ਇਹ ਬਹੁਤ ਵਧੀਆ ਉਹਨਾਂ ਨੇ ਕਦਮ ਚੁੱਕਿਆ, ਕਿਉਂਕਿ ਜੇ ਇੱਥੇ ਆਉਂਦੇ ਉਹ ਇਹਨਾਂ ਨੇ ਸੰਸਕਾਰ ਕਰ ਦੇਣੇ ਸੀ। ਤੇ ਸਿੱਖ ਸੰਗਤਾਂ ਵਾਸਤੇ ਤੇ ਰਾਹਤ ਦੀ ਗੱਲ ਹੋ ਗਈ ਆ ਵੀ ਉਹ ਸਰੂਪ ਸਾਂਭੇ ਜਾਣਗੇ। ਬਾਕੀ ਗੱਲ ਇਹ ਆ ਜਾਂ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਦੇ ਹੇਠ ਇੱਥੇ ਆਉਣ, ਜਾਂ ਫਿਰ ਪਾਕਿਸਤਾਨ ਦੇ ਵਿੱਚ ਵੀ ਉਹ ਸਾਂਭੇ ਜਾ ਸਕਦੇ ਆ। ਗੁਰਦੁਆਰਾ ਨਨਕਾਣਾ ਸਾਹਿਬ ਸਾਡੀ ਜਨਮ ਭੂਮੀ ਆ, ਪੂਰੀ ਦੁਨੀਆ ਦੇ ਸਿੱਖ ਉੱਥੇ ਵੀ ਪਹੁੰਚਦੇ ਆ। ਸ਼੍ਰੋਮਣੀ ਕਮੇਟੀ ਉੱਥੇ ਕੋਈ ਪ੍ਰਬੰਧ ਕਰ ਸਕਦੀ ਆ, ਇੱਥੋਂ ਸਾਡੇ ਸਿੱਖ ਜਿਹੜੇ ਆ ਉੱਥੇ ਜਾਣ। ਜੇ ਕਿਸੇ ਨੇ ਕੁਛ ਮਹਾਰਾਜ ਦੇ ਦਰਸ਼ਨ ਕਰਨੇ ਆ ਜਾਂ ਕੁਛ ਉਹਦੇ ਵਿੱਚੋਂ ਦੇਖਣਾ ਵਾ ਜਾਂ ਸਮਝਣਾ ਵਾ, ਉੱਥੇ ਬਾ ਸਤਿਕਾਰ ਉਹਦੇ ਦਰਸ਼ਨ ਕਰਨ, ਉਹਨੂੰ ਸਮਝਣ। ਪਰ ਇਹ ਤੇ ਕੋਈ ਗੱਲ ਨਹੀਂ ਨਾ ਕਿ ਵੀ 200 ਸਰੂਪ ਲਿਆ ਕੇ ਹੱਥ ਲਿਖਤ ਤੇ ਅਸੀਂ ਦਿਖਾਵੇ ਕਰਕੇ ਤੇ ਬਾਅਦ ਚ 16 ਤਰੀਕ ਨੂੰ ਲਿਆਉਣਾ ਤੇ 17 ਤਰੀਕ ਨੂੰ ਲਿਆ ਕੇ ਉਹਨਾਂ ਦਾ ਸੰਸਕਾਰ ਕਰ ਦਈਏ। ਇਹ ਕਰਕੇ ਹਰਮੀਤ ਕਾਲਕੇ ਹੋਣਾ ਨੂੰ ਇਹੋ ਜਿਹੀਆਂ ਆਪਣੀਆਂ ਕਾਰਵਾਈਆਂ ਤੋਂ ਬਾਜ਼ ਆਉਣਾ ਚਾਹੀਦਾ। ਔਰ ਇਕੱਲੇ ਹਰਮੀਤ ਕਾਲਕਾ ਹੀ ਨਹੀਂ, ਜੋ ਪੰਜਾਬ ਦੇ ਵਿੱਚ ਵੀ ਇੱਥੇ ਕਈ ਇਹੋ ਜਿਹੀਆਂ ਜਥੇਬੰਦੀਆਂ ਤੁਰੀਆਂ ਫਿਰਦੀਆਂ ਜਿਹੜੀਆਂ ਪੁਰਾਤਨ ਸਰੂਪ ਲੱਭ ਕੇ ਤੇ ਸੰਸਕਾਰ ਕਰਦੀਆਂ, ਭਾਵੇਂ ਅੱਗੇ ਨਾਲੋਂ ਸਿੱਖ ਬੜੇ ਜਾਗੇ ਆ, ਉਹਨਾਂ ਨੂੰ ਵੀ ਇਹ ਜਿਹੜਾ ਗੁਨਾਹ ਵਾ ਨਹੀਂ ਕਰਨਾ ਚਾਹੀਦਾ। ਨਹੀਂ ਤੇ ਨਾ ਸਾਨੂੰ ਕਦੀ ਗੁਰੂ ਨੇ ਬਖਸ਼ਣਾ ਤੇ ਨਾ ਕਦੀ ਗੁਰੂ ਪੰਥ ਬਖਸ਼ੂਗਾ। ਦਰਅਸਲ ਸਾਡੀ ਜਾਣਕਾਰੀ ਦੇ ਮੁਤਾਬਿਕ 1947 ਦੇ ਵਿੱਚ ਜਦੋਂ ਭਾਰਤ ਦੀ ਵੰਡ ਹੋਈ ਸੀ, ਦੋ ਮੁਲਕ ਬਣ ਗਏ ਸਨ, ਉਸ ਵਕਤ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਪੁਰਾਤਨ ਹੱਥ ਲਿਖਤ ਪਾਵਨ ਸਰੂਪ ਉਧਰ ਹੀ ਰਹਿ ਗਏ ਸਨ ਤੇ ਉਹ ਹੁਣ ਉੱਥੇ ਇੱਕ ਸਿੱਖ ਨੇ, ਇੱਕ ਜਥੇਬੰਦੀ ਨੇ ਇਕੱਠੇ ਕੀਤੇ ਨੇ। 200 ਗਿਣਤੀ ਹੈ, ਬਹੁਤ ਵੱਡਾ ਵਡਮੁੱਲਾ ਖਜ਼ਾਨਾ ਕਿਹਾ ਜਾ ਸਕਦਾ ਹੈ ਸਿੱਖ ਕੌਮ ਦੇ ਲਈ। ਅਤੇ ਪਤਾ ਲੱਗਿਆ ਸੀ ਕਿ ਜੇ ਇਹ ਸਰੂਪ ਭਾਰਤ ਆਉਣਗੇ ਤਾਂ ਦਿੱਲੀ ਕਮੇਟੀ ਇਹਨਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਕਰਨ ਦੇ ਵਿੱਚ ਲੱਗੀ ਹੋਈ ਸੀ ਕਿ ਪਾਵਨ ਸਰੂਪਾਂ ਨੂੰ ਅਗਨ ਭੇਂਟ ਕੀਤਾ ਜਾਣਾ ਸੀ। ਹਾਲਾਂਕਿ ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ, ਸਾਨੂੰ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ। ਇਸੇ ਕਰਕੇ ਕਹਿੰਦੇ ਸਰਨਾ ਭਰਾਵਾਂ ਨੇ ਰੋਕ ਲਗਵਾਈ ਹੈ ਕਿ ਪਾਵਨ ਸਰੂਪਾਂ ਦਾ ਅੰਤਿਮ ਸੰਸਕਾਰ ਨਹੀਂ ਹੋਣਾ ਚਾਹੀਦਾ। ਜਲੰਧਰ ਦੀ ਨਿਊ ਗੀਤਾ ਕਲੋਨੀ ਦੇ ਲੋਕ ਰੋਜ਼ਾਨਾ ਚੋਰੀ ਦੀਆਂ ਵਾਰਦਾਤਾਂ ਤੋਂ ਕਾਫੀ ਪਰੇਸ਼ਾਨ ਨੇ। ਕਈ ਵਾਰੀ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਚੋਰ ਨਹੀਂ ਫੜੇ ਗਏ। ਇੱਕ NRI ਦੇ ਬੰਦ ਮਕਾਨ ਦੇ ਵਿੱਚ ਤਾਂ 3 ਵਾਰੀ ਲਗਾਤਾਰ ਚੋਰੀ ਹੋ ਚੁੱਕੀ ਹੈ, ਪਰ ਸ਼ਿਕਾਇਤ ਦੇ ਬਾਵਜੂਦ ਚੋਰ ਪਤਾ ਨਹੀਂ ਕਿਉਂ ਪੁਲਿਸ ਦੇ ਕਾਬੂ ਵਿੱਚ ਹੀ ਨਹੀਂ ਆਉਂਦੇ। ਲੋਕਾਂ ਨੇ ਚੋਰਾਂ ਨੂੰ ਫੜਨ ਲਈ ਹੁਣ ਖੁਦ ਮੁਹਿੰਮ ਛੇੜੀ ਹੈ, ਇਸ ਦਾ ਅਸਰ ਵੀ ਹੋਇਆ। ਚੋਰ ਵੀ ਕਾਬੂ ਆ ਗਏ ਤੇ ਵੱਡਾ ਖੁਲਾਸਾ ਵੀ ਹੋਇਆ। ਲਗਾਤਾਰ ਚੋਰਾਂ ਨੂੰ ਫੜਨ ਦੇ ਵਿੱਚ ਪੁਲਿਸ ਜਦੋਂ ਨਾਕਾਮਯਾਬ ਰਹੀ ਤਾਂ ਲੋਕਾਂ ਨੇ ਖੁਦ ਚੋਰਾਂ ਦਾ ਪਤਾ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ। ਪੂਰੇ ਮੁਹੱਲੇ ਦੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਹਰ ਇੱਕ ਘਰ ਦੀ ਤਲਾਸ਼ੀ ਲਈ ਸ਼ੱਕ ਸੀ ਕਿ ਚੋਰ ਘਰ ਦਾ ਹੀ ਕੋਈ ਭੇਤੀ ਹੋ ਸਕਦਾ ਹੈ। ਲੋਕਾਂ ਦਾ ਸ਼ੱਕ ਗਲਤ ਨਹੀਂ ਨਿਕਲਿਆ ਜਦੋਂ ਤਲਾਸ਼ੀ ਮੁਹਿੰਮ ਦੇ ਤਹਿਤ ਪੁਲਿਸ ਅਤੇ ਸਥਾਨਕ ਲੋਕ ਚੌਥੇ ਘਰ ਪਹੁੰਚੇ ਤਾਂ ਵੱਡਾ ਖੁਲਾਸਾ ਹੋਇਆ। ਇਸੇ ਘਰ ਚੋਂ ਹੀ ਚੋਰੀ ਦਾ ਸਾਰਾ ਸਮਾਨ ਵੀ ਬਰਾਮਦ ਹੋ ਗਿਆ। ਘਰ ਦੀ ਮਹਿਲਾ ਨੇ ਕਿਹਾ ਕਿ ਉਸਦਾ ਪਤੀ ਤੇ ਉਸਦੇ 2 ਸਾਥੀ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ, ਯਾਨੀ ਕਿ ਗੁਆਂਢੀ ਹੀ ਚੋਰ ਨਿਕਲੇ ਨੇ, ਉਸ ਇਲਾਕੇ ਦੇ ਵਿੱਚ ਰਹਿੰਦੇ ਲੋਕ ਹੀ ਚੋਰ ਨਿਕਲੇ ਨੇ। ਹਰਿਆਣਾ ਦੇ ਕੁਰੂਕਸ਼ੇਤਰ ਹਵੇਲੀ ਦੇ ਵਿੱਚ ਲੰਘੀ 9 ਜਨਵਰੀ ਨੂੰ ਜੁਗਨੂ ਨਾਂ ਦੇ ਇੱਕ ਕਥਿਤ ਗੈਂਗਸਟਰ ਦੇ ਦੋਵੇਂ ਹੱਥ ਵੱਢ ਕੇ ਲਿਜਾਣ ਵਾਲੇ ਗੈਂਗਸਟਰਾਂ ਨੂੰ ਪੁਲਿਸ ਨੇ गिरफ्तार कर लिया। इन्हां विचों एक दा नाम अनिल है, दूजे दा नाम हरदीप है। इन्हां नूं पानीपत, एक नूं पानीपत ते दूसरे नूं जींद तो गिरफ्तार किया गया। दोवां कोलों हथियार भी बरामद कर लए ने जिन्हां नाल इन्हां ने जुगनू दे हत्थ वड्डे सन। पुलिस दे मुताबिक जुगनू दी गैंगस्टर अंकुश कमालपुरिया दे नाल पुरानी दुश्मनी सी, जिसदा बदला लैण दे लई उसने जुगनू ते हमला करवाया। अंकुश आप भावें जेल च बंद है पर उसके साथी बाहर ने, जिन्हां दे जरिए उसने वारदात नूं अंजाम दिता। बुलेटिन दे विच हुण तुहानूं सारीआं वड्डीआं खबरां पूरे भारत ते पूरी दुनिया तो दस दिंदे हां। सब तो पहला मध्य प्रदेश के ओडिशा दे विच चल रहे विश्व हॉकी कप की गल करांगे, जिसके दूसरे दिन 3 वारी दे चैंपीयन रहे नीदरलैंड ने FIH पुरुष हॉकी विश्व कप के पूल सी मैचों दे विच मलेशिया नूं 4-0 दे नाल हरा के अपनी मुहिम की शानदार शुरुआत की, जबकि न्यूजीलैंड ने चिली नूं 3-1 दे नाल हराया।
ਹਿਮਾਚਲ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ 28 ਸਾਲਾ ਸਿਧਾਰਥ ਸ਼ਰਮਾ ਦਾ ਵਡੋਦਰਾ ਦੇ ਵਿੱਚ ਦੇਹਾਂਤ ਹੋ ਗਿਆ ਹੈ, ਜਿੱਥੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਕਾਰਨ ਕਰੀਬ 2 ਹਫ਼ਤਿਆਂ ਪਹਿਲਾਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਪੰਜਾਬ ਦੇ ਨੰਗਲ ਵਿੱਚ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। IPL ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੂੰ ਕਰੋਨਾ ਤੇ ਨਮੂਨੀਆ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਤੇ ਆਕਸੀਜਨ ਲੱਗੀ ਹੋਈ ਹੈ। ਇਸ ਦੀ ਜਾਣਕਾਰੀ ਮੋਦੀ ਨੇ ਖੁਦ ਇੰਸਟਾਗ੍ਰਾਮ ਤੇ ਦਿੱਤੀ ਹੈ। ਮੋਦੀ ਨੇ ਕਿਹਾ ਕਿ ਉਸ ਨੂੰ 2 ਹਫ਼ਤਿਆਂ ਦੇ ਵਿੱਚ 2 ਵਾਰੀ ਕੋਵਿਡ ਹੋ ਗਿਆ, ਜਿਸ ਤੋਂ ਬਾਅਦ ਨਮੂਨੀਆ ਹੋਇਆ ਹੈ, ਇਸ ਕਰਕੇ ਹਸਪਤਾਲ ਦਾਖਲ ਹੋਣਾ ਪਿਆ ਹੈ। ਲਲਿਤ ਮੋਦੀ ਨੇ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ। ਨਾਗਪੁਰ ਤੋਂ ਖਬਰ ਹੈ, ਜਿੱਥੇ ਜਬਰੀ ਵਸੂਲੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਾਅਦ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਦਫ਼ਤਰ ਅਤੇ ਘਰ ਦੇ ਆਲੇ ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸਵੇਰੇ 11:30 ਵਜੇ ਤੋਂ ਬਾਅਦ ਦੁਪਹਿਰ 12:30 ਵਜੇ ਦੇ ਵਿਚਾਲੇ ਸ਼ਹਿਰ ਵਿਚਲੇ ਗਡਕਰੀ ਦੇ ਨਿੱਜੀ ਦਫ਼ਤਰ ਨੂੰ ਘੱਟੋ-ਘੱਟ 3 ਫੋਨ ਆਏ। ਫੋਨ ਕਰਨ ਵਾਲੇ ਨੇ ਕਥਿਤ ਤੌਰ ਤੇ ਭਗੌੜੇ ਮਾਫੀਆ ਡਾਨ ਦਾਊਦ ਇਬਰਾਹਿਮ ਕਾਸਕਰ ਦਾ ਨਾਮ ਲਿਆ, ਫਿਰੌਤੀ ਮੰਗੀ ਅਤੇ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। CBI ਨੇ ਦਿੱਲੀ ਦੀ ਨਵੀਂ ਆਬਕਾਰੀ ਨੀਤੀ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਦਿੱਲੀ ਸਕੱਤਰੇਤ ਸਥਿਤ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਦਫ਼ਤਰ ਤੇ ਇੱਕ ਵਾਰ ਮੁੜ ਤੋਂ ਛਾਪੇਮਾਰੀ ਕੀਤੀ। ਲੋਕ ਸਭਾ ਸਕੱਤਰੇਤ ਨੇ ਲਕਸ਼ਦੀਪ ਦੇ ਸੰਸਦ ਮੈਂਬਰ ਮੁਹੰਮਦ ਫੈਸਲ ਨੂੰ ਯੋਗ ਕਰਾਰ ਦੇਣ ਵਾਲਾ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ਨੂੰ ਹਾਲ ਹੀ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋਸ਼ ਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਸ਼ੁੱਕਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਿਕ ਫੈਸਲ 11 ਜਨਵਰੀ ਤੋਂ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਯੋਗ ਹੋ ਗਏ ਨੇ। ਮੁੰਬਈ ਪੁਲਿਸ ਨੇ ਗੈਂਗਸਟਰ ਛੋਟਾ ਰਾਜਨ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਵਾਲੇ ਪੋਸਟਰ ਲਾਉਣ ਲਈ ਕਬੱਡੀ ਪ੍ਰੋਗਰਾਮ ਦੇ ਪ੍ਰਬੰਧਕ ਸਮੇਤ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਇਹ ਪੋਸਟਰ ਮੁੰਬਈ ਦੇ ਮਲਾਡ ਇਲਾਕੇ ਦੇ ਵਿੱਚ ਮਿਲਿਆ ਸੀ। ਪੋਸਟਰਾਂ ਦੇ ਵਿੱਚ 14 ਤੇ 15 ਜਨਵਰੀ ਨੂੰ ਕਰਵਾਏ ਜਾਣ ਵਾਲੇ ਕਬੱਡੀ ਕੱਪ ਦੇ ਵਿੱਚ ਸਨਮਾਨਿਤ ਪਤਵੰਤਿਆਂ ਦੀਆਂ ਤਸਵੀਰਾਂ ਦੇ ਵਿੱਚ ਛੋਟਾ ਰਾਜਨ ਦੀ ਫੋਟੋ ਲਾਈ ਗਈ। ਅੰਡਰਵਰਲਡ ਡਾਨ ਰਾਜਨ ਨੂੰ 2015 ਦੇ ਵਿੱਚ ਇੰਡੋਨੇਸ਼ੀਆ ਦੇ ਬਾਲੀ ਤੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਭਾਰਤ ਭੇਜ ਦਿੱਤਾ ਗਿਆ ਸੀ ਤੇ ਡਾਨ ਇਸ ਵਕਤ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ। ਨੋਇਡਾ ਤੋਂ ਖਬਰ ਹੈ, ਜਿੱਥੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਬੀਟਾ 2 ਇਲਾਕੇ ਦੇ ਥਾਣਾ SL ਟਾਵਰ ਦੇ ਵਿੱਚ ਸ਼ੁੱਕਰਵਾਰ ਰਾਤ 12 ਵਿਦਿਆਰਥੀ ਲਿਫਟ ਦੇ ਵਿੱਚ ਫਸ ਕੇ ਕਰੀਬ 20 ਮਿੰਟਾਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਗਿਆ। ਕਮਰਸ਼ੀਅਲ ਬੈਲਟ ਦੇ ਵਿੱਚ ਸਥਿਤ ਕੋਚਿੰਗ ਇੰਸਟੀਚਿਊਟ ਦੇ ਇਹਨਾਂ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਘਟਨਾ ਦੌਰਾਨ ਲਿਫਟ ਦਾ ਅਲਾਰਮ ਵੀ ਕੰਮ ਨਹੀਂ ਕਰ ਰਿਹਾ ਸੀ। ਉਹ ਅਲਾਰਮ ਵਜਾਉਂਦੇ ਰਹੇ ਪਰ ਨਹੀਂ ਵੱਜਿਆ। ਫਿਰ ਜਾ ਕੇ ਉਹਨਾਂ ਨੇ ਆਪਣੀ ਸੰਸਥਾ ਦੇ ਅਧਿਆਪਕ ਅਤੇ ਪੁਲਿਸ ਨੂੰ ਫੋਨ ਕੀਤਾ, ਫਿਰ ਜਾ ਕੇ ਉਹਨਾਂ ਦੀ ਜਾਨ ਬਚੀ। ਦਿੱਲੀ ਦੇ ਸ਼ਰਦਾ ਕਤਲकांड ਦੀ ਗੱਲ ਕਰ ਲਈਏ ਤਾਂ ਦਿੱਲੀ ਪੁਲਿਸ ਨੇ ਇਸ ਕੇਸ ਦੇ ਵਿੱਚ ਇੱਕ ਹੋਰ ਸਨਸਨੀਖੇਜ਼ ਖੁਲਾਸਾ ਕਰਦਿਆਂ ਦੱਸਿਆ ਕਿ ਸ਼ਰਦਾ ਵਾਕਰ ਦੀਆਂ ਹੱਡੀਆਂ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਦੀ ਲਾਸ਼ ਨੂੰ ਆਰੀ ਵਰਗੀ ਚੀਜ਼ ਨਾਲ 35 ਟੁਕੜਿਆਂ ਦੇ ਵਿੱਚ ਵੱਢਿਆ ਗਿਆ ਸੀ। ਸ਼ਰਦਾ ਦਾ ਉਸਦੇ ਲਿਵ ਇਨ ਪਾਰਟਨਰ ਆਫਤਾਬ ਅਮੀਨ ਪੂਨਾਵਾਲਾ ਨੇ ਹੀ ਕਤਲ ਕੀਤਾ ਸੀ। 4 ਜਨਵਰੀ ਨੂੰ ਪੁਲਿਸ ਨੇ ਦੱਸਿਆ ਕਿ ਦੱਖਣੀ ਦਿੱਲੀ ਦੇ ਮਹਿਰੌਲੀ ਦੇ ਜੰਗਲੀ ਇਲਾਕੇ ਦੇ ਵਿੱਚੋਂ ਉਸ ਦੇ ਵੱਲੋਂ ਬਰਾਮਦ ਕੀਤੇ ਵਾਲਾਂ ਤੇ ਹੱਡੀਆਂ ਦੇ ਨਮੂਨੇ ਸ਼ਰਦਾ ਦੇ ਨਾਲ ਮੇਲ ਖਾਂਦੇ ਨੇ। ਬਿਹਾਰ ਦੇ ਛਪਰਾ ਦੇ ਵਿੱਚ ਬਾਲ ਕੈਦੀਆਂ ਨੇ ਹੋਮਗਾਰਡ ਜਵਾਨ ਦਾ ਹੀ ਕਤਲ ਕਰ ਦਿੱਤਾ। ਛਪਰਾ ਦੇ ਰਿਮਾਂਡ ਹੋਮ ਦੇ ਵਿੱਚ ਸ਼ਨੀਚਰਵਾਰ ਸਵੇਰੇ ਹੋਮਗਾਰਡ ਜਵਾਨ ਚੰਦਰਭੂਸ਼ਣ ਸਿੰਘ ਦਾ ਬਾਲ ਕੈਦੀਆਂ ਨੇ ਉਸ ਵੇਲੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਜਦੋਂ ਉਹ ਕੈਦੀਆਂ ਦਾ ਜਾਇਜ਼ਾ ਲੈਣ ਦੇ ਲਈ ਵਾਰਡ ਦੇ ਅੰਦਰ ਪਹੁੰਚਿਆ ਤਾਂ ਸਾਰੇ ਬਾਲ ਕੈਦੀਆਂ ਨੇ ਉਸ ਨੂੰ ਫੜ ਲਿਆ। ਪਹਿਲਾਂ ਬੇਰਹਿਮੀ ਦੇ ਨਾਲ ਕੁੱਟਿਆ, ਫਿਰ ਚਾਕੂ ਮਾਰ-ਮਾਰ ਕੇ ਮਾਰ ਦਿੱਤਾ। ਵਾਰਦਾਤ ਵਕਤ 2 ਹੋਰ ਗਾਰਡ ਵੀ ਮੌਕੇ ਤੇ ਮੌਜੂਦ ਸਨ, ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਚੰਦਰਭੂਸ਼ਣ ਨੂੰ ਕੈਦੀਆਂ ਦੇ ਹੱਥੋਂ ਛੁਡਵਾ ਕੇ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। CCTV ਕੈਮਰਿਆਂ ਦੇ ਰਾਹੀਂ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਤ੍ਰਿਪੁਰਾ ਦੀ ਸਿਆਸਤ ਦੇ ਨਾਲ ਜੁੜੀ ਖਬਰ ਹੈ, ਜਿੱਥੇ ਇੱਕ ਦੂਜੇ ਦੇ ਖਿਲਾਫ ਚੋਣਾਂ ਲੜਨ ਵਾਲੇ CPIM ਤੇ ਕਾਂਗਰਸ ਇਸ ਵਾਰੀ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਕੱਠੇ ਚੋਣ ਲੜਨਗੇ। ਇਹਨਾਂ ਨੇ ਗੱਠਜੋੜ ਕਰ ਲਿਆ ਹੈ। ਚੀਨ ਦੀ ਸਰਕਾਰ ਨੇ ਖੁਦ ਜਾਣਕਾਰੀ ਦਿੱਤੀ ਹੈ ਕਰੋਨਾ ਦੇ ਬਾਰੇ ਕਿ ਦਸੰਬਰ ਤੋਂ ਲੈ ਕੇ ਹੁਣ ਤੱਕ ਚੀਨ ਦੇ ਹਸਪਤਾਲਾਂ ਦੇ ਵਿੱਚ COVID-19 ਕਾਰਨ 59,938 ਮੌਤਾਂ ਹੋ ਚੁੱਕੀਆਂ ਨੇ। ਇਹ ਮੌਤਾਂ 8 ਦਸੰਬਰ 2022 ਤੋਂ 12 ਜਨਵਰੀ 2023 ਦੇ ਵਿਚਾਲੇ ਹੋਈਆਂ ਨੇ। ਮਰਨ ਵਾਲਿਆਂ ਦੀ ਔਸਤ ਉਮਰ 80 ਸਾਲ ਦੇ ਆਸ-ਪਾਸ ਸੀ। ਇਰਾਨ ਨੇ ਇੱਕ ਵੱਡੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੱਖਿਆ ਮੰਤਰਾਲੇ ਵਿੱਚ ਕੰਮ ਕਰਨ ਵਾਲੇ ਦੋਹਰੇ ਇਰਾਨੀ ਬ੍ਰਿਟਿਸ਼ ਨਾਗਰਿਕ ਨੂੰ ਉਹਨਾਂ ਨੇ ਮੌਤ ਦੀ ਸਜ਼ਾ ਦੇ ਦਿੱਤੀ ਹੈ। ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਰਾਨ ਦੇ ਇਰਾਨੀ ਬ੍ਰਿਟਿਸ਼ ਨਾਗਰਿਕ ਨੂੰ ਫਾਂਸੀ ਦੇਣ ਦੇ ਫੈਸਲੇ ਦੀ ਅੰਤਰਰਾਸ਼ਟਰੀ ਪੱਧਰ ਤੇ ਆਲੋਚਨਾ ਹੋ ਰਹੀ ਹੈ। ਈਰਾਨ ਦੇ ਨਿਆਂਪਾਲਕਾਂ ਦੇ ਨਾਲ ਜੁੜੀ ਮੀਜ਼ਾਨ ਨਿਊਜ਼ ਏਜੰਸੀ ਨੇ ਅਲੀ ਰਜ਼ਾ ਅਕਬਰੀ ਨੂੰ ਫਾਂਸੀ ਦੇਣ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਫਾਂਸੀ ਕਦੋਂ ਦਿੱਤੀ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ, ਪਰ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਕੁਝ ਦਿਨ ਪਹਿਲਾਂ ਫਾਂਸੀ ਦਿੱਤੀ ਗਈ ਹੈ। ਈਰਾਨ ਨੇ ਬਿਨਾਂ ਸਬੂਤ ਪੇਸ਼ ਕੀਤਿਆਂ ਅਕਬਰੀ ਤੇ ਜਾਸੂਸੀ ਦਾ ਦੋਸ਼ ਲਾਇਆ ਸੀ ਕਿ ਉਹ ਬਰਤਾਨੀਆ ਦੀ MI6 ਖੁਫੀਆ ਏਜੰਸੀ ਦੇ ਲਈ ਜਾਸੂਸੀ ਕਰਦਾ ਸੀ ਤੇ ਈਰਾਨ ਦੇ ਵਿੱਚ ਅਲੀ ਰਜ਼ਾ ਅਕਬਰੀ ਨੂੰ ਫਾਂਸੀ ਦਿੱਤੇ ਜਾਣ ਦੀ ਖਬਰ ਤੇ ਬਰਤਾਨੀਆ ਸਰਕਾਰ ਨੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਬ੍ਰਿਟਿਸ਼ ਨਾਗਰਿਕ ਨੂੰ ਫਾਂਸੀ ਦੇਣ ਦੇ ਈਰਾਨ ਦੇ ਕਦਮ ਨੂੰ ਚੁਣੌਤੀ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਖੁਦ ਟਵੀਟ ਕਰਕੇ ਕਿਹਾ ਕਿ ਇੱਕ ਘਿਨੌਣੀ ਤੇ ਕਾਇਰਤਾਪੂਰਨ ਕਾਰਵਾਈ ਸੀ, ਇੱਕ ਬੇਰਹਿਮ ਸ਼ਾਸਨ ਜੋ ਆਪਣੇ ਹੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਨਹੀਂ ਕਰਦਾ, ਉਸ ਨੇ ਇਸ ਨੂੰ ਅੰਜਾਮ ਦਿੱਤਾ।
रूस यूक्रेन युद्ध दरमियान बरतानिया की सरकार ने एक होर ऐलान किया है। प्रधानमंत्री ऋषि सुनक दफ्तर ने कहा कि बरतानिया यूक्रेन नूं चैलेंजर 2 टैंक देवेगा। प्रधानमंत्री ने यूक्रेन के राष्ट्रपति वोलोदिमीर ज़ेलेंस्की दे नाल फोन ते गलबात तो बाद यह फैसला लिया है। ऋषि सुनक ने कहा कि इस टैंक के नाल यूक्रेन नूं होर हथियार भी दिते जाणगे। लिथुआनिया तो वड्डे धमाके की खबर है, जिथे उत्तरी खेत्र पासवेलिस दे विच शुक्रवार नूं एक गैस पाइपलाइन दे विच वड्डा धमाका होया है। यह इलाका लैटविया की सरहद के नेड़े है। स्थानिक मीडिया ਦੇ ਵਿੱਚ ਦਿਖਾਈਆਂ ਇਹ ਤਸਵੀਰਾਂ 'ਚ ਦਿਖ ਰਿਹਾ ਹੈ ਕਿ ਪਾਈਪਲਾਈਨ 'ਚੋਂ ਅੱਗ ਦੀਆਂ ਉੱਚੀਆਂ ਲਪਟਾਂ ਨਿਕਲ ਰਹੀਆਂ ਨੇ। ਅਧਿਕਾਰੀਆਂ ਮੁਤਾਬਿਕ ਧਮਾਕੇ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਸਵੇਰ ਦੀਆਂ ਖਬਰਾਂ 'ਚ ਫਿਰ ਮਿਲਾਂਗੇ। ਧੰਨਵਾਦ।